ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋ। ਸ੍ਰੀ ਹਰਿ ਕ੍ਰਿਸ਼ਨ ਨਾਮ ਬਹੁ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ। ਬੰਦੋਂ ਬਾਰ ਬਾਰ ਜਗਦੀਸਾ, ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਬੇਰ ਬੈਸਾਖੀ ਮੇਲੇ, ਦੇਸ਼ ਦੇਸ਼ ਕੇ ਸਿੱਖ ਸਕੇਲੇ। ਗੁਰ ਸਿੱਖਿਅਨ ਚਿਤ ਚਾਉ ਬਿਸਾਲੇ, ਚਲ ਆਏ ਮਿਲ ਕਰ ਹਿਤ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਕੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਨੇ ਗੁਰਬਾਣੀ ਦਾ ਆਨੰਦ ਮਾਣਿਆ ਹੈ। ਪਾਠ ਸੋਧਾ ਰਹਿਰਾਸ ਸਾਹਿਬ ਜੀ ਦੇ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਗੁਰੂ ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬਾਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ, ਜੋ ਮਹਾਰਾਜ ਜੀ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਵਿਰਾਜਮਾਨ ਹੋ ਕੇ ਬੇਅੰਤ ਗੁਰਸਿੱਖ ਸੰਗਤਾਂ ਨੂੰ ਧਾਰ ਰਹੇ ਹਨ। ਸਤਿਗੁਰੂ ਹਰਿਰਾਏ ਸਾਹਿਬ ਜੀ ਵਿਸਾਖੀ ਦਾ ਮੇਲਾ ਲਵਾਇਆ ਹੈ। ਬੇਅੰਤ ਸੰਗਤਾਂ ਹਰ ਸਾਲ ਦੀ ਤਰ੍ਹਾਂ ਵਿਸਾਖੀ 'ਤੇ ਆ ਰਹੀਆਂ ਨੇ, ਅਤੇ ਗੁਰੂ ਸਾਹਿਬ ਦਾ ਹੁਕਮ ਜੋ ਲੰਗਰ ਦੀ ਮਰਜ਼ਾਦਾ ਸਾਰੀ ਦੁਨੀਆ ਵਿੱਚ ਕਾਇਮ ਕੀਤੀ ਗੁਰੂ ਨਾਨਕ ਦੇਵ ਜੀ ਨੇ, ਉਸ ਨੂੰ ਗੁਰੂ ਸਾਹਿਬ ਜੀ ਰੋਜ਼ ਪ੍ਰਚਾਰਦੇ ਹਨ। ਰੋਜ਼ ਸੰਗਤ ਨੂੰ ਉਪਦੇਸ਼ ਦਿੰਦੇ, ਭਾਈ ਇੱਕ ਤਾਂ ਕਥਾ ਕੀਰਤਨ ਗੁਰਦੁਆਰਿਆਂ ਵਿੱਚ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਬਾਣੀ ਪੜ੍ਹਿਆ ਕਰੋ, ਕੀਰਤਨ ਆਸਾ ਦੀ ਵਾਰ ਦਾ ਕਰਿਆ ਕਰੋ, ਸੁਣਿਆ ਕਰੋ। ਇੱਕ ਸ਼ਾਮ ਵੇਲੇ ਦੀਵਾਨ ਲਾ ਕੇ ਕਥਾ ਕੀਰਤਨ ਕਰਿਆ ਕਰੋ। ਅਤੇ ਉਦੋਂ ਦੀ ਇਹ ਮਰਜ਼ਾਦਾ ਚੱਲੀ ਹੋਈ ਹੈ ਗੁਰੂ ਘਰਾਂ ਵਿੱਚ। ਸਵੇਰ ਵੇਲੇ ਸਾਧ ਸੰਗਤ ਜੀ ਗੁਰਬਾਣੀ ਦੇ ਨਿਤਨੇਮ ਹੁੰਦੇ ਹੈ। ਕੋਈ ਪੰਜਾਂ ਬਾਣੀਆਂ ਦਾ ਪਾਠ ਕਰੇ, ਕੋਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰੇ। ਗੁਰਦੁਆਰਿਆਂ 'ਚ ਗੁਰਬਾਣੀ ਦਾ ਪਾਠ ਵੀ ਜ਼ਰੂਰੀ ਹੁੰਦਾ। ਜਿੱਥੇ ਗੁਰਬਾਣੀ ਦਾ ਪਾਠ ਹੁੰਦਾ, ਉਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਹੈ। ਕੀਰਤਨ ਦੀ ਮਰਜ਼ਾਦਾ ਵੀ ਗੁਰੂ ਸਾਹਿਬ ਜੀ ਨੇ ਆਪ ਬੰਨ੍ਹੀ ਹੈ। ਕੀਰਤਨ ਤੋਂ ਬਾਅਦ ਸਵੇਰੇ ਗੁਰਬਾਣੀ ਦੀ ਕਥਾ ਹੁੰਦੀ ਹੈ, ਅਤੇ ਸ਼ਾਮ ਨੂੰ ਕੀਰਤਨ ਤੋਂ ਬਾਅਦ ਗੁਰੂ ਦੇ ਇਤਿਹਾਸ ਦੀ ਕਥਾ ਹੁੰਦੀ ਹੈ। ਇਹ ਗੁਰੂ ਸਾਹਿਬ ਜੀ ਦੇ ਸਮਿਆਂ ਤੋਂ ਹੀ ਚਲੀ ਆ ਰਹੀ ਹੈ ਮਰਜ਼ਾਦਾ। ਪਹਿਲਾਂ ਜਨਮ ਸਾਖੀਆਂ ਸਨ, ਸੰਗਤਾਂ ਨੂੰ ਸੁਣਾਈਆਂ ਜਾਂਦੀਆਂ। ਫਿਰ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਬੜੇ ਸੁੰਦਰ ਛੰਦਾਬੰਦੀ ਵਿੱਚ ਇਹ ਮਹਾਂਕਾਵ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਰਕੇ ਸਾਡੇ 'ਤੇ ਸਿੱਖ ਸਮਾਜ ਉੱਤੇ ਬੜਾ ਵੱਡਾ ਉਪਕਾਰ ਕੀਤਾ। ਜੋ ਗੁਰੂ ਸਾਹਿਬਾਂ ਦੀ ਸਾਰੀ ਕਥਾ ਇੱਕ ਥਾਂ 'ਤੇ ਲਿਖ ਦਿੱਤੀ। ਨਹੀਂ ਤਾਂ ਕੋਈ ਕਥਾ ਕਿਸੇ ਪੋਥੀ ਵਿੱਚ ਸੀ, ਕਿਸੇ ਪੋਥੀ 'ਚ ਸਾਖੀਆਂ ਸਨ, ਕਿਸੇ ਵਿੱਚ ਛੰਦਾਬੰਦੀ ਸੀ, ਕੋਈ ਵਾਰਤਕ ਵਿੱਚ। ਪੂਰਾ ਇਤਿਹਾਸ ਇੱਕ ਥਾਂ 'ਤੇ ਇਕੱਠਾ ਨਹੀਂ ਸੀ ਮਿਲਦਾ। ਸੋ ਕਵੀ ਜੀ ਨੇ ਜਦੋਂ ਗ੍ਰੰਥ ਰਚ ਦਿੱਤਾ ਤਾਂ ਸਾਰੇ ਪੰਥ ਨੇ
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਗਿਆ ਅਨੁਸਾਰ ਹਰ ਗੁਰਦੁਆਰੇ ਵਿੱਚ ਇਸ ਪਵਿੱਤਰ ਗ੍ਰੰਥ ਦੀ ਕਥਾ ਸ਼ੁਰੂ ਕੀਤੀ। ਇਹ ਅੱਜ ਦੀ ਨਹੀਂ ਚੱਲੀ ਆਉਂਦੀ, ਸਦੀਆਂ ਤੋਂ ਗੁਰੂ ਘਰ ਦੇ ਵਿੱਚ ਇਹ ਮਰਜ਼ਾਦਾ ਕਾਇਮ ਹੈ। ਸੋ ਆਓ ਗੁਰੂ ਸਾਹਿਬ ਜੀ ਦੀ ਇਹ ਪਵਿੱਤਰ ਕਥਾ ਸੁਣੀਏ। ਜਦੋਂ ਮਹਾਰਾਜ ਕਥਾ ਕੀਰਤਨ ਦੀ ਤੇ ਲੰਗਰ ਦੀ ਮਹਿਮਾ ਸਿੱਖਾਂ ਨੂੰ ਦ੍ਰਿੜ ਕਰਾਉਂਦੇ ਸਨ, ਪਿਆਰ ਨਾਲ ਸਾਰੀ ਸੰਗਤ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਬੇਰ ਵੈਸਾਖੀ ਮੇਲੇ। ਇੱਕ ਵਾਰੀ ਕਵੀ ਜੀ ਲਿਖਦੇ ਆ, ਵਿਸਾਖੀ ਦੇ ਮੇਲੇ ਤੇ ਦੇਸ਼ ਦੇਸ਼ ਕੇ ਸਿੱਖ ਸਕੇਲੇ। ਦੇਸਾਂ ਦੇਸਾਂ ਦੇ ਸਿੱਖ ਇਕੱਠੇ ਹੋਏ। ਕੋਈ ਕਸ਼ਮੀਰ ਤੋਂ ਆਇਆ, ਕੋਈ ਮੁਲਤਾਨ ਤੋਂ, ਕੋਈ ਪਿਸ਼ਾਵਰ ਤੋਂ, ਕੋਈ ਕਾਬਲ ਤੋਂ, ਕੋਈ ਮਾਝੇ ਤੋਂ, ਕੋਈ ਮਾਲਵੇ, ਕੋਈ ਦੁਆਬੇ, ਕੋਈ ਪੋਠੋਹਾਰ ਤੋਂ, ਕੋਈ ਯੂਪੀ ਬਿਹਾਰ ਤੋਂ ਸਾਧ ਸੰਗਤ ਜੀ, ਕੋਈ ਬੰਗਲਾਦੇਸ਼ ਤੋਂ, ਦੂਰ ਦੂਰ ਤੋਂ ਸੰਗਤਾਂ ਇਕੱਠੀਆਂ ਹੋਈਆਂ ਹਨ। ਗੁਰਸਿੱਖੀ ਨਿਚਿਤ ਚਾਓ ਬਸੇਲੇ। ਗੁਰੂ ਕੇ ਸਿੱਖਾਂ ਦੇ ਮਨਾਂ ਵਿੱਚ ਬੜਾ ਚਾਓ, ਬੜੀ ਸ਼ਰਧਾ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਾਂਗੇ। ਚੱਲ ਆਏ ਮਿਲ ਕਰ ਹਿਤ ਨਾਲੇ। ਦਰਸ਼ਨਾਂ ਦੇ ਅਭਿਲਾਸੀ ਸਿੱਖ ਦੂਰੋਂ ਦੂਰੋਂ ਚੱਲ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਆਏ ਹਨ। ਜਥਾ ਜੋਗ ਉਪਹਾਰਨ ਲੀਨੇ। ਜਥਾ ਯੋਗ ਜੋ ਕਿਸੇ ਦੀ ਸ਼ਰਧਾ ਸੀ, ਉਹ ਆਪੋ ਆਪਣੇ ਇਲਾਕਿਆਂ ਵਿੱਚੋਂ ਵਧੀਆ ਵਧੀਆ ਵਸਤਰ, ਸ਼ਸਤਰ, ਘੋੜੇ, ਮਾਇਆ, ਚੰਗੇ ਚੰਗੇ ਵਧੀਆ ਉਪਹਾਰ, ਭੇਟਾਵਾਂ ਗੁਰੂ ਸਾਹਿਬ ਵਾਸਤੇ ਲੈ ਕੇ ਆਏ ਨੇ। ਆਏ ਸਭਨ ਕਰ ਦਰਸ਼ਨ ਕੀਨੇ। ਆ ਕੇ ਸਾਰਿਆਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਹਨ। ਹੇਰ ਹੇਰ ਔਰ ਭਇਓ ਆਨੰਦ। ਵੇਖ ਵੇਖ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਜੋੜ ਮੇਲੇ ਤੇ ਵਿਸਾਖੀ ਦੇ ਸਭ ਦਾ ਮਨ ਖੁਸ਼ ਹੋਇਆ। ਕਿਉਂਕਿ ਜਦੋਂ ਆਪਾਂ ਜੋੜ ਮੇਲਿਆਂ ਤੇ ਜਾਂਦੇ ਹਾਂ, ਨਗਰ ਕੀਰਤਨਾਂ ਤੇ ਜਾਂਦੇ ਹਾਂ, ਕੀਰਤਨ ਦਰਬਾਰਾਂ ਤੇ ਜਾਂਦੇ ਹਾਂ, ਗੁਰੂ ਘਰਾਂ 'ਚ ਰੌਣਕਾਂ ਲੱਗੀਆਂ ਹੁੰਦੀਆਂ ਨੇ, ਸੰਗਤਾਂ ਇਕੱਠੀਆਂ ਹੁੰਦੀਆਂ, ਉਤਸ਼ਾਹ ਹੁੰਦਾ ਹੈ। ਉਸ ਨੂੰ ਵੇਖ ਕੇ ਹਰ ਇੱਕ ਬੰਦੇ ਦਾ ਮਨ ਖਿੜ ਜਾਂਦਾ ਹੈ। ਕੋਈ ਪਰੇਸ਼ਾਨੀ, ਕੋਈ ਚਿੰਤਾ, ਡਰ, ਫਿਕਰ ਹੋਵੇ, ਉਹ ਮਨੋਂ ਲੈ ਜਾਂਦਾ ਹੈ। ਸੰਗਤ ਦੇ ਵਿੱਚ ਆ ਕੇ ਮਨ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ, ਸਾਰੀਆਂ ਹੀ ਹੋ ਜਾਂਦੀਆਂ। ਪਰ ਜੇ ਸ਼ਰਧਾ ਹੋਵੇ ਤਾਂ ਹੀ ਹੈ ਨਾ। ਗੁਰੂ ਘਰ ਤੇ ਸ਼ਰਧਾ ਲੈ ਕੇ ਵੀ ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਚੱਲੇ ਹਾਂ, ਗੁਰੂ ਦੀਆਂ ਸੰਗਤਾਂ ਦੇ, ਗੁਰੂ ਕੇ ਸਿੱਖਾਂ ਦੇ ਦਰਸ਼ਨ ਕਰਨ ਚੱਲੇ ਹਾਂ, ਐਸੀ ਭਾਵਨਾ ਨਾਲ ਜਿਹੜਾ ਆਉਂਦਾ ਹੈ, ਮੂੰਹ ਮੰਗੀਆਂ ਮੁਰਾਦਾਂ ਵੀ ਮਿਲਦੀਆਂ ਨੇ ਤੇ ਮਨ ਦੀਆਂ ਸਭ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ। ਗਨ ਚਕੋਰ ਜਨ ਪੂਰਨ ਚੰਦ। ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਨੂੰ ਵੇਖ ਕੇ ਚਕੋਰਾਂ ਉਧਰ ਹੀ ਧਿਆਨ ਲਾ ਲੈਂਦੀਆਂ ਨੇ, ਤੇ ਚਕੋਰਾਂ ਗੁਰੂ ਸਾਹਿਬ ਦੇ ਜਿਵੇਂ ਦਰਸ਼ਨ ਚੰਦਰਮਾ ਚਕੋਰ ਦੇ ਕਰ, ਇੱਦਾਂ ਸਾਧ ਸੰਗਤ ਜੀ ਸਿੱਖ ਗੁਰੂ ਦੇ ਦਰਸ਼ਨ ਕਰਦੇ। ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸਮਾਲੇ, ਨਿਹੋ ਕਮਲ ਜਲ ਜਾਣੀਆਂ ਜਾਂ ਖਿੜ ਮੂੰਹ ਵਖਾਲੇ, ਪੀਰ ਮੁਰੀਦਾਂ ਪਿਰਹੜੀਓ ਨਿਭੈ ਨਾਲੇ। ਗੁਰੂ ਦੇ ਨਾਲ ਸਿੱਖਾਂ ਦੀ ਐਸੀ ਪ੍ਰੀਤ ਹੈ। ਸਤਿਗੁਰ ਸੂਰਜ ਨਦਰੀ ਆਏ। ਜਦੋਂ ਸਿੱਖਾਂ ਨੂੰ ਗੁਰੂ ਰੂਪੀ ਸੂਰਜ ਦੇ ਦਰਸ਼ਨ ਹੋਏ, ਲੋਚਨ ਕਮਲ ਸਭ ਬਿਕਸਾਏ। ਸਭ ਦੀਆਂ ਅੱਖਾਂ ਰੂਪੀ ਕਮਲ ਖਿੜ ਗਏ। ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ ਨਾ, ਇਦਾਂ ਗੁਰੂ ਸਾਹਿਬ ਨੂੰ ਵੇਖ ਕੇ ਸਿੱਖਾਂ ਦੇ ਨੇਤਰ ਖਿੜ ਗਏ ਹਨ। ਜਿਵੇਂ ਚਾਤਰਿਕ ਹੋਏ ਅਦਕ ਤ੍ਰਿਖਾਏ। ਜਿਵੇਂ ਪਿਆਸਾ ਚਾਤਰਿਕ ਬਬੀਹਾ ਬਹੁਤ ਚਿਰ ਤੋਂ ਪਿਆਸਾ ਹੋਵੇ, ਬੂੰਦ ਗੁਰੂ ਦਰਸ਼ਨ ਤ੍ਰਿਪਤਾਏ, ਤੇ ਉਹਦੇ ਮੂੰਹ 'ਚ ਸਵਾਂਤੀ ਬੂੰਦ ਪੈ ਜਾਵੇ ਤੇ ਬਬੀਹੇ ਦੀ ਪਿਆਸ ਬੁੱਝ ਜਾਂਦੀ ਹੈ। ਇਦਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਸਿੱਖਾਂ ਦੀ ਪਿਆਸ ਬੁੱਝ ਗਈ ਹੈ। ਜਿਸ ਪ੍ਰਕਾਰ ਮ੍ਰਿਗ ਤ੍ਰਿਸ਼ਨਾ ਧਾਏ। ਜਿਵੇਂ ਸਾਧ ਸੰਗਤ ਜੀ ਮਿਰਗ, ਹਿਰਨ ਪਿਆਸਾ ਤ੍ਰਿਸ਼ਨਾ ਦੇ ਨਾਲ ਦੌੜਦਾ ਹੈ। ਸਦਾ ਸਮੁੰਦਰ ਮਿਲਿਓ ਹਰ ਖਾਏ। ਤੇ ਉਹਨੂੰ ਅੰਮ੍ਰਿਤ ਦਾ ਸਮੁੰਦਰ ਮਿਲ ਜਾਵੇ, ਅੰਮ੍ਰਿਤ ਦੀ ਨਦੀ ਮਿਲ ਜਾਵੇ, ਪੀ ਕੇ ਰੱਜ ਜਾਏਗਾ। ਪਿਆਸੇ ਨੂੰ ਅੰਮ੍ਰਿਤ ਮਿਲ ਜਾਵੇ, ਹੋਰ ਚਾਹੀਦਾ ਕੀ ਹੈ। ਸਾਰੀ ਦੁਨੀਆ ਹੀ ਪਿਆਸੀ ਹੈ। ਆਪਾਂ ਜਿੰਨੇ ਵੀ ਹਾਂ, ਸਾਰਿਆਂ ਨੂੰ ਕੋਈ ਨਾ ਕੋਈ ਪਿਆਸ ਹੈ। ਅਜੇ ਅਸੀਂ ਰੱਜੇ ਨਹੀਂ, ਤ੍ਰਿਪਤ ਨਹੀਂ ਹੋਏ। ਕਿਸੇ ਤਰ੍ਹਾਂ ਵੀ ਸਾਡਾ ਮਨ ਠੰਡਾ ਨਹੀਂ ਹੋਇਆ, ਸ਼ਾਂਤ ਨਹੀਂ ਹੋਇਆ। ਗੁਰੂ ਸਾਹਿਬ ਦੇ ਦਰਸ਼ਨਾਂ ਨਾਲ ਹੀ ਸ਼ਾਂਤ ਹੋਣਾ ਹੈ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਆਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਜੀਵ ਦੀ ਪਿਆਸ ਦੂਰ ਹੋ ਹੀ ਨਹੀਂ ਸਕਦੀ।
ਹੋਰ ਕੋਈ ਸਾਧਨ ਹੀ ਨਹੀਂ ਜਿਹਦੇ ਨਾਲ ਮਨ ਦੀ ਪਿਆਸ ਬੁਝ ਜਾਵੇ। ਹਜ਼ਾਰਾਂ ਸੰਗਤਾਂ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਚੱਲ ਕੇ ਆਈਆਂ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਗਈਆਂ। ਮਨੋ ਭਾਵ ਗਨ ਪ੍ਰਮਤ ਬਿਲੰਦ, ਕਹਿੰਦੇ ਮਾਨੋ ਬਹੁਤ ਸਾਰੇ ਭੰਵਰੇ ਉਹ ਇਕੱਠੇ ਹੋ ਕੇ ਫਿਰਦੇ ਹਨ। ਭਏ ਸਥਿਰ ਪਿਖ ਪਗ ਅਰਬਿੰਦ, ਤੇ ਜਦੋਂ ਉਹਨਾਂ ਭੌਰਿਆਂ ਨੂੰ ਕਮਲ ਦਾ ਫੁੱਲ ਮਿਲ ਗਿਆ, ਉਹ ਉੱਥੇ ਬੈਠ ਗਏ। ਆਪਾਂ ਸੰਸਾਰੀ ਜੀਵ ਭੌਰਿਆਂ ਦੀ ਤਰ੍ਹਾਂ ਬਾਸ਼ਨਾ ਫੁੱਲਾਂ ਦੀ ਲੈਂਦੇ ਫਿਰਦੇ ਹਾਂ, ਪਰ ਕਮਲ ਦਾ ਫੁੱਲ ਨਹੀਂ ਮਿਲਿਆ। ਕਮਲ ਦਾ ਫੁੱਲ ਜਿਸ ਦਿਨ ਮਿਲ ਜਾਏਗਾ, ਉਸ ਦਿਨ ਉੱਥੇ ਹੀ ਬੈਠ ਜਾਵਾਂਗੇ, ਫਿਰ ਉੱਠ ਕੇ ਨਹੀਂ ਆਵਾਂਗੇ। ਅਸੀਂ ਅਜੇ ਬਾਰ-ਬਾਰ ਹੀ ਘੁੰਮਦੇ ਹਾਂ। ਸਾਧ ਸੰਗਤ ਜੀ, ਸਤਿਗੁਰੂ ਰੂਪੀ ਕਮਲ ਦੇ ਉੱਤੇ ਸਿੱਖ ਦਾ ਮਨ ਭੌਰੇ ਦੀ ਤਰ੍ਹਾਂ ਲੁਭਾਇਮਾਨ ਹੁੰਦਾ ਹੈ। ਉਹ ਗੁਰੂ ਕੇ ਪਿਆਰੇ ਧੰਨ ਸਨ, ਜਿਹੜੇ ਸ੍ਰੀ ਕੀਰਤਪੁਰ ਸਾਹਿਬ ਆ ਕੇ ਕਮਲ ਰੂਪ ਸਤਿਗੁਰਾਂ ਦੇ ਦਰਸ਼ਨ ਕਰਦੇ ਆਪਣੇ ਮਨ ਨੂੰ ਭੌਰੇ ਦੀ ਤਰ੍ਹਾਂ ਲੁਭਾਇਮਾਨ ਕਰਦੇ। ਦਰਸ਼ਨ ਕਰਦਾ ਕਰ ਉਪਹਾਰ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ, ਆਪਣੀਆਂ ਪ੍ਰੇਮ ਭੇਟਾਵਾਂ ਗੁਰੂ ਚਰਨਾਂ 'ਚ ਅਰਪਣ ਕੀਤੀਆਂ ਹਨ। ਹਾਥ ਜੋੜ ਪਗ ਬੰਧਨ ਧਾਰ, ਤੇ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਬੈਠੇ ਸ੍ਰੀ ਸਤਿਗੁਰ ਪਰਵਾਰਿਓ, ਗੁਰੂ ਹਰਿਰਾਏ ਸਾਹਿਬ ਜੀ ਦੇ ਆਲੇ ਦੁਆਲੇ ਹਜ਼ਾਰਾਂ ਸੰਗਤਾਂ ਬੈਠੀਆਂ ਨੇ। ਵਿਸਾਖੀ ਦਾ ਮੇਲਾ ਹੈ, ਰੋਜ਼ ਦੀਵਾਨ ਸਜਦੇ ਨੇ। ਮਹਾਰਾਜ ਕੋਲ ਸੰਗਤਾਂ ਆ ਕੇ ਇਸਤਰੀ ਪੁਰਸ਼ ਦਰਸ਼ਨ ਕਰਦੇ ਨੇ। ਹਰ ਇੱਕ ਧਰਮ ਦੇ, ਹਰ ਇੱਕ ਜਾਤੀ ਦੇ, ਹਰ ਇੱਕ ਮਜ਼ਹਬ ਦੇ ਲੋਕ ਆਉਂਦੇ ਨੇ, ਹਰ ਇੱਕ ਇਲਾਕੇ ਤੋਂ ਲੋਕ ਆਉਂਦੇ ਨੇ। ਆ ਕੇ ਗੁਰੂ ਦੇ ਦਰਸ਼ਨ ਕਰਕੇ ਆਲੇ ਦੁਆਲੇ ਬੈਠ ਜਾਂਦੇ ਨੇ। ਜਥਾ ਚੰਦਰਮਾ ਉੱਡ ਦਿਸ਼ ਚਾਰਿਓ, ਜਿਵੇਂ ਚੰਦਰਮਾ ਦੇ ਆਲੇ ਦੁਆਲੇ ਤਾਰਿਆਂ ਨੇ ਘੇਰਾ ਘੱਤਿਆ ਹੁੰਦਾ ਹੈ, ਇਸ ਤਰ੍ਹਾਂ ਸਾਹਿਬ ਜੀ ਦੇ ਆਲੇ ਦੁਆਲੇ ਗੁਰੂ ਕੇ ਸਿੱਖ ਸੋਭਾ ਪਾਉਂਦੇ ਹਨ। ਬਹੁ ਸਿੱਖਿਅਨ ਤਬ ਬਾਤ ਚਲਾਈ, ਉਸ ਵੇਲੇ ਜਦੋਂ ਦੀਵਾਨ ਸਜਿਆ ਹੋਇਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀ ਸਿੱਖਾਂ ਨੇ, ਬਹੁਤ ਸਾਰੇ ਸਿੱਖਾਂ ਨੇ ਇਹ ਚਰਚਾ ਛੇੜੀ। ਅਮਕੇ ਸਿੱਖ ਨੇ ਦੇਗ ਬਣਾਈ, ਮਹਾਰਾਜ ਜੀ ਫਲਾਣਾ ਸਿੱਖ ਆਪ ਜੀ ਦਾ ਬੜਾ ਪ੍ਰੇਮੀ ਲੰਗਰ ਚਲਾਉਂਦਾ ਹੈ, ਫਲਾਣੇ ਸ਼ਹਿਰ ਵਿੱਚ ਫਲਾਣਾ ਸਿੱਖ ਲੰਗਰ ਚਲਾਉਂਦਾ ਹੈ, ਫਲਾਣੇ ਦੇਸ਼ ਵਿੱਚ ਫਲਾਣਾ ਸਿੱਖ ਲੰਗਰ ਚਲਾਉਂਦਾ ਹੈ। ਜਿੱਥੇ ਜਿੱਥੇ ਗੁਰੂ ਕੇ ਲੰਗਰ ਸੰਗਤਾਂ ਚਲਾ ਰਹੀਆਂ, ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਜਿਵੇਂ ਅੱਜ ਕੱਲ੍ਹ ਸਾਡੇ ਕੋਲ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਵਧੀਆ ਬਣੀਆਂ ਹੋਈਆਂ ਨੇ, ਉਦੋਂ ਅਜੇ ਇੰਨੇ ਵੱਡੇ ਵੱਡੇ ਗੁਰਦੁਆਰੇ ਨਹੀਂ ਸੀ ਬਣੇ। ਕਿਤੇ ਕਿਸੇ ਵੱਡੇ ਸ਼ਹਿਰ ਵਿੱਚ ਸੰਗਤਾਂ ਨੇ ਰਲ ਕੇ ਧਰਮਸ਼ਾਲਾ ਗੁਰਦੁਆਰੇ ਬਣਾਏ ਸੀ, ਪਰ ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ, ਹਰ ਇਲਾਕੇ ਵਿੱਚ ਵਧੀਆ ਗੁਰਦੁਆਰੇ ਬਣ ਜਾਣ, ਅਜੇ ਸਿੱਖਾਂ ਕੋਲ ਇੰਨੀ ਸਮਰੱਥਾ ਨਹੀਂ ਸੀ। ਆਪਣੇ ਘਰਾਂ ਵਿੱਚ ਹੀ ਲੰਗਰ ਲਾਈ ਰੱਖਦੇ ਸਨ। ਜੇ ਕੋਈ ਸ਼ਹਿਰ ਵਿੱਚ ਆ ਜਾਵੇ ਤੇ ਉਹਨੂੰ ਰੋਟੀ ਦੀ ਲੋੜ ਹੋਵੇ, ਅੱਜ ਕੱਲ੍ਹ ਤੇ ਆਪੇ ਹੀ ਪਤਾ ਲੱਗ ਜਾਂਦਾ ਵੀ ਫਲਾਣੇ ਮਹੱਲੇ 'ਚ ਗੁਰਦੁਆਰਾ ਸਾਹਿਬ, ਉੱਥੇ ਲੰਗਰ ਮਿਲੇਗਾ, ਤੇ ਯਾਤਰੂ ਉੱਥੇ ਆ ਜਾਂਦੇ ਨੇ। ਪਹਿਲਾਂ ਗੁਰਦੁਆਰੇ ਤਾਂ ਨਹੀਂ, ਸਿੱਖਾਂ ਦੇ ਘਰ ਹੀ ਗੁਰਦੁਆਰੇ ਬਣ ਗਏ। ਉੱਥੇ ਹੀ ਜਿੱਥੇ ਸਿੱਖ ਦਾ ਘਰ ਹੁੰਦਾ, ਉੱਥੇ ਹੀ ਸਿੱਖ ਆ ਜਾਂਦੇ, ਭਾਈ ਗੁਰੂ ਕੇ ਸਿੱਖ ਆਏ, ਲੰਗਰ ਛਕਾਓ। ਤੇ ਬੀਬੀਆਂ ਬੜੇ ਚਾਹ ਨਾਲ ਪੀਸਣਾ ਪੀਸ ਕੇ, ਆਟਾ ਗੁੰਨ ਕੇ, ਦਾਲ ਫੁਲਕਾ ਤਿਆਰ ਕਰਕੇ ਛਕਾਉਂਦੀਆਂ ਸਨ। ਹਾਂਜੀ, ਬਹੁਤ ਸੰਗਤ ਕੀ ਸੇਵਾ ਕਰਹੀ, ਫਲਾਣਾ ਸਿੱਖ ਬਹੁਤ ਸੇਵਾ ਕਰਦਾ ਹੈ, ਫਲਾਣਾ ਸਿੱਖ ਬੜੇ ਪ੍ਰੇਮ ਨਾਲ ਲੰਗਰ ਛਕਾਉਂਦਾ ਹੈ, ਫਲਾਣਾ ਸਿੱਖ ਆਏ ਗਿਆ ਨੂੰ ਬੜੇ ਪ੍ਰੇਮ ਨਾਲ ਮਿਲਦਾ ਹੈ। ਸਭ ਤੋਂ ਵੱਡੀ ਗੱਲ ਤਾਂ ਹੁੰਦੀ ਹੈ ਲੰਗਰ ਵਰਤਾਉਣ ਵਾਲੇ ਦੀ ਬੋਲੀ। ਆਓ ਜੀ ਵੀਰ ਜੀ, ਭੈਣ ਜੀ, ਭਰਾ ਜੀ, ਬੈਠੋ ਜੀ, ਛਕੋ ਜੀ, ਸਤਿਕਾਰ ਨਾਲ ਆਓ ਜੀ, ਛਕੋ ਜੀ ਕਹਿਣ ਨਾਲ ਅੱਧਾ ਥਕੇਵਾਂ ਅਗਲੇ ਦਾ ਲੈ ਜਾਂਦਾ ਹੈ। ਸੋ ਇਹ ਜ਼ਰੂਰੀ ਹੈ। ਸੋ ਗੁਰੂ ਸਾਹਿਬ ਦੇ ਸਿੱਖ ਬੜੇ ਪ੍ਰੇਮ ਨਾਲ ਲੰਗਰ ਵਰਤਾਉਂਦੇ, ਛਕਾਉਂਦੇ ਆ। ਇਹ ਗੱਲ ਗੁਰੂ ਸਾਹਿਬ ਨੂੰ ਦੂਜੇ ਸਿੱਖ ਦੱਸਦੇ ਹਨ। ਤੇਤ ਆਹਾਰ ਪਾਓ ਕੋ ਧਰਹੀ, ਪ੍ਰੇਮ ਦੇ ਨਾਲ ਫਲਾਣਾ ਸਿੱਖ ਲੰਗਰ ਦਿੰਦਾ ਹੈ ਸੰਗਤ ਨੂੰ। ਔਰ ਗ੍ਰਾਮਨ ਸਤਿਗੁਰ ਜਸ ਭਇਓ, ਤੇ ਗੁਰੂ ਸਾਹਿਬ ਦਾ ਲੰਗਰ ਹੈ ਪਿੰਡਾਂ ਵਿੱਚ ਵੀ, ਗ੍ਰਾਮਾਂ ਸ਼ਹਿਰਾਂ ਵਿੱਚ, ਦੂਰ ਦੂਰ ਦੇਸ਼ਾਂ 'ਚ, ਪ੍ਰਦੇਸ਼ਾਂ 'ਚ। ਗੁਰੂ ਨਾਨਕ ਦੀ ਵਡਿਆਈ ਹੋ ਰਹੀ ਹੈ। ਸਭ ਕਹਿ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਬੜੀ ਉੱਤਮ ਸਿੱਖਿਆ ਦੁਨੀਆ ਨੂੰ ਦਿੱਤੀ ਹੈ, ਜਿਹੜੀ ਸਭ ਤੋਂ ਵੱਡੀ ਜਿਹੜੀ ਬੇਸ ਹੈ, ਜ਼ਰੂਰਤ ਹੈ, ਉਹ ਹੈ ਪ੍ਰਸ਼ਾਦੇ ਦੀ। ਅੰਨੇ ਬਿਨਾ ਨਾ ਹੋਏ ਸੁਕਾਲ, ਅੰਨ ਤੋਂ ਬਿਨਾ ਸਮਾਂ ਚੰਗਾ ਨਹੀਂ ਹੁੰਦਾ। ਸੁਕਾਲ ਮੈਨੇ ਚੰਗਾ ਟਾਈਮ, ਵਧੀਆ, ਗੁੱਡ ਟਾਈਮ।
ਜੇ ਪ੍ਰਸ਼ਾਦਾ ਮਿਲ ਜਾਵੇ ਤੇ ਸਮਾਂ ਚੰਗਾ ਹੈ, ਤੇ ਜੇ ਪ੍ਰਸ਼ਾਦਾ ਨਾ ਮਿਲੇ ਤਾਂ ਕਹਿੰਦੇ ਨੇ ਅਕਾਲ ਪੈ ਗਿਆ ਜਾਂ ਦੁਕਾਲ ਪੈ ਗਿਆ, ਮਾੜਾ ਸਮਾਂ, ਰੋਟੀ ਨਹੀਂ ਮਿਲਦੀ। ਤੇ ਗੁਰੂ ਨਾਨਕ ਨੇ ਤਾਂ ਸੁਕਾਲ ਹੀ ਕਰਤਾ ਸਾਰੇ ਪਾਸੇ, ਦੇਸਾਂ ਪ੍ਰਦੇਸਾਂ 'ਚ ਲੰਗਰ ਹੀ ਲਾਤੇ। ਹਰ ਵੇਲੇ ਗੁਰਦੁਆਰਿਆਂ 'ਚ ਪ੍ਰਸ਼ਾਦਾ ਮਿਲਦਾ, ਸਿੱਖਾਂ ਦੇ ਘਰਾਂ 'ਚੋਂ ਲੰਗਰ ਮਿਲਦਾ ਹੈ। ਨਿਤ ਲੰਗਰ ਕੋ ਸਿੱਖਿਆ ਦਿਓ। ਇਹ ਗੁਰੂ ਨਾਨਕ ਸਾਹਿਬ ਜੀ ਨੇ ਨਿਤ ਲੰਗਰ ਦੀ ਮਰਿਆਦਾ ਕਾਇਮ ਕੀਤੀ। 20 ਰੁਪਈਏ ਸੱਚੇ ਪਾਤਸ਼ਾਹ ਜੀ ਨੇ ਲਾਏ। ਤੇ ਸਾਧ ਸੰਗਤ ਜੀ, ਅੱਜ ਕੱਲ੍ਹ ਕਈ ਸੱਜਣ ਕਹਿੰਦੇ ਆ ਵੀ ਰੁਪਈਏ ਉਦੋਂ ਕਿੱਥੇ ਹੁੰਦੇ ਸੀਗੇ। ਇਹ ਵੀ ਪ੍ਰਚਾਰ ਸੁਣਿਆ। ਮੈਨੂੰ ਇੱਕ ਸੱਜਣ ਮਿਲਿਆ ਆਸਟ੍ਰੇਲੀਆ, ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਗੱਲਾਂ ਪਤਾ ਨਹੀਂ ਕਿੱਥੋਂ ਕੱਢਦੇ ਆ, ਹਾਸੋਹੀਣੀਆਂ ਬੜੀਆਂ ਹੁੰਦੀਆਂ। ਕਹਿੰਦਾ ਤੁਸੀਂ ਕਹਿੰਦੇ ਹੋ ਵੀ ਅੰਮ੍ਰਿਤ 'ਚ ਪਤਾਸੇ ਪਾਏ ਸੀ। ਮੈਂ ਕਿਹਾ ਹਾਂਜੀ ਕਹਿੰਦੇ ਆ। ਕਹਿੰਦਾ ਪਤਾਸੇ ਤਾਂ ਖੰਡ ਨਾਲ ਬਣਦੇ ਨੇ, ਉਦੋਂ ਤਾਂ ਖੰਡ ਹੈ ਕੋਈ ਨਹੀਂ ਸੀ, ਉਦੋਂ ਤਾਂ ਅੰਗਰੇਜ਼ ਨਹੀਂ ਸੀ ਆਏ, ਅੰਗਰੇਜ਼ਾਂ ਨੇ ਖੰਡ ਬਣਾਈ ਹੈ। ਮੈਂ ਕਿਹਾ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ? ਕਹਿੰਦਾ ਹਾਂ, ਗੁਰੂ ਗ੍ਰੰਥ ਸਾਹਿਬ 'ਤੇ ਸਭ ਕੁਝ ਠੀਕ ਲਿਖਿਆ, ਬਾਕੀ ਗ੍ਰੰਥਾਂ 'ਚ ਗਲਤ ਹੈ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ 'ਚ ਇਹ ਨਹੀਂ ਲਿਖਿਆ ਪੜ੍ਹਿਆ, ਹਰ ਹੈ ਖਾਂਡ ਰੇਤ ਮੈਂ ਬਿਖਰੀ ਹਸਤੀ ਚੁਣੀ ਨਾ ਜਾਈ। ਕਬੀਰ ਨੇ ਲਿਖਿਆ ਹੈ ਵੀ ਖੰਡ ਜਿਹੜੀ ਸੀ ਉਹ ਰੇਤ ਵਿੱਚ ਖਿਲਰ ਗਈ, ਹਾਥੀ ਨੂੰ ਕਿਹਾ ਵੀ ਚੁਣਦੇ ਨਹੀਂ ਚੁਣ ਸਕਦਾ। ਕਹੋ ਕਬੀਰ ਗੁਰ ਭਲੀ ਬਜਾਈ, ਕੀਟੀ ਹੋਏ ਕਹਿ ਖਾਏ। ਕੀੜੀ ਨੇ ਖਾ ਲਈ। ਹੁਣ ਗੁਰੂ ਗ੍ਰੰਥ ਸਾਹਿਬ ਤੇ ਖੰਡ ਲਿਖੀ, ਅੰਗਰੇਜ਼ ਕਦੋਂ ਜੰਮੇ? 500-700 ਸਾਲ ਪਹਿਲਾਂ ਖੰਡ ਹੈ, ਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬ ਤੇ ਖੰਡ ਨਹੀਂ ਹੋਣੀ। ਪਤਾ ਨਹੀਂ ਕਿੱਥੋਂ ਗੱਲਾਂ। ਇੱਦਾਂ ਹੀ ਕਿਸੇ ਬੰਦੇ ਨੇ ਗੱਲ ਕੀਤੀ 5-7 ਦਿਨ ਪਹਿਲਾਂ, ਕਹਿੰਦਾ ਜੀ ਇਹ ਜਿਹੜਾ ਕਹਿੰਦੇ ਵੀ ਰੁਪਈਏ 20 ਰੁਪਈਏ ਬਾਬੇ ਨਾਨਕ ਨੇ 20 ਰੁਪਈਏ ਤੇ ਉਦੋਂ ਹੁੰਦੇ ਕੋਈ ਨਹੀਂ ਸੀ। ਹੁਣ ਸਾਧ ਸੰਗਤ ਜੀ ਗੱਲ ਇਹ ਆ, ਕੱਲ੍ਹ ਹੀ ਕਿਸੇ ਸੱਜਣ ਨੇ ਹੋਰ ਵੀ ਬੜੀ ਵਧੀਆ ਗੱਲ ਪਾਈ ਸੀ WhatsApp ਦੇ ਉੱਤੇ ਕਿਸੇ ਨੇ। ਉਹ ਕਹਿੰਦੇ ਮਾਂ ਕਹਿੰਦੀ ਓਏ ਕਾਕਾ ਤੂੰ ਮੇਰਾ ਲਹੂ ਪੀ ਲਿਆ, ਮੁਹਾਵਰਾ ਇੱਕ ਪੰਜਾਬੀ ਦਾ। ਮਾਂ ਕਹਿੰਦੀ ਤੂੰ ਮੇਰਾ ਬੜਾ ਖੂਨ ਪੀਤਾ। ਤੇ ਉਹ ਅੱਗੋਂ ਇੰਨਾ ਸਿਆਣਾ, ਉਹ ਕਹਿੰਦਾ ਮਾਂ ਉਹ ਸਿਰਿੰਜ ਵਿਖਾ ਕਿੱਥੇ ਜਿਹਦੇ ਨਾਲ ਮੈਂ ਤੇਰਾ ਖੂਨ ਕੱਢਿਆ, ਕਿਹੜੀ ਪਲੇਟ 'ਚ ਪਾ ਕੇ ਪੀਤਾ, ਕਿਹੜੀ ਕੌਲੀ 'ਚ ਪਾ ਕੇ ਪੀਤਾ। ਉਹ ਕਹਿੰਦੀ ਜੇ ਇੰਨਾ ਹੀ ਪਤਾ ਹੁੰਦਾ ਨਾ ਤੈਨੂੰ, ਤੇ ਮੈਂ ਤੈਨੂੰ ਅਨਪੜ੍ਹ ਕਿਉਂ ਕਹਿੰਦੀ। ਤੇਰੀ ਬੁੱਧੀ ਕੋਈ ਨਹੀਂ ਕੰਮ ਕਰਦੀ, ਬੁੱਧੀ ਤੇਰੀ ਭ੍ਰਿਸ਼ਟ ਹੋਈ ਪਈ ਹੈ, ਇਸੇ ਕਰਕੇ ਤਾਂ ਮੈਂ ਕਹਿੰਦੀ ਹਾਂ ਵੀ ਤੂੰ ਖੂਨ ਪੀਤਾ। ਖੂਨ ਪੀਣ ਦਾ ਮਤਲਬ ਹੈ ਵੀ ਤੂੰ ਤੰਗ ਕਰਦਾ, ਪਰ ਨਹੀਂ ਸਮਝਦੇ। ਉਹ ਜਿਹੜਾ ਸੱਜਣ ਕਹਿ ਰਿਹਾ, ਕਹਿੰਦਾ ਵੀ ਰੁਪਈਏ, ਸਾਧ ਸੰਗਤ ਜੀ ਰੁਪਈਆ ਸ਼ਬਦ ਬਣਿਆ ਰੂਪਾ ਤੋਂ, ਤੇ ਰੂਪਾ ਚਾਂਦੀ ਨੂੰ ਕਹਿੰਦੇ ਆ। ਕਿਸੇ ਵਿਦਵਾਨ ਕੋਲੋਂ ਕਿਸੇ ਡਿਕਸ਼ਨਰੀ 'ਚ ਪੜ੍ਹ ਕੇ ਦੇਖ ਲੈਣਾ, ਮਹਾਨ ਕੋਸ਼ ਪੜ੍ਹ ਲਓ, ਹੋਰ ਕੋਈ ਡਿਕਸ਼ਨਰੀ ਪੜ੍ਹ ਲਓ, ਲੁਗਾਤਾਂ ਪੜ੍ਹ ਲਓ, ਉਹ 'ਚ ਤੁਹਾਨੂੰ ਰੂਪਾ ਦਾ ਅਰਥ ਮਿਲੇਗਾ ਚਾਂਦੀ। ਰੁਪਈਆ ਮੈਨੇ ਚਾਂਦੀ ਦਾ ਬਣਿਆ। ਜਿਹੜਾ ਸੋਨੇ ਦਾ ਹੁੰਦਾ ਉਹਨੂੰ ਮੋਹਰ ਕਹਿੰਦੇ ਸੀ, ਸੋਨੇ ਦੀ ਮੋਹਰ ਜਾਂ ਦਿਨਾਰ। ਤੇ ਜਿਹੜਾ ਸੀ ਅਸ਼ਰਫੀਆਂ ਵੀ ਕਹਿੰਦੇ ਸੀ ਉਹਨੂੰ, ਜਿਹੜੀਆਂ ਸੋਨੇ ਦੀਆਂ ਹੁੰਦੀਆਂ ਸੀ। ਉਹ ਬਹੁਤ, ਜਿਵੇਂ ਤੋਲਾ ਸੋਨਾ ਹੋਵੇ ਤਾਂ ਉਹ ਬਹੁਤ ਉਹਦੀ ਵੈਲਿਊ ਹੁੰਦੀ ਸੀ। ਮੋਹਰਾਂ ਦੀ ਬਹੁਤ ਵੈਲਿਊ ਸੀ। ਮੋਹਰਾਂ ਤੇ ਬਹੁਤ ਵੱਡੇ ਬੰਦਿਆਂ ਕੋਲ ਚੱਲਦੀਆਂ ਸੀ। ਆਮ ਆਦਮੀ ਕੋਲ ਰੁਪਈਆ, ਧੇਲਾ, ਪੈਸਾ, ਟਕਾ ਇਹ ਹੁੰਦੇ ਸੀਗੇ। ਤਾਂਬੇ ਦੇ ਪੈਸੇ ਹੁੰਦੇ ਸੀ, ਮੋਰੀ ਵਾਲੇ ਪੈਸੇ ਹੁੰਦੇ ਸੀ, ਫਿਰ ਉਸ ਤੋਂ ਬਾਅਦ ਚਾਂਦੀ ਦੇ ਰੁਪਈਏ ਹੁੰਦੇ ਸੀ। ਸੋ ਇੱਕ ਤੋਲੇ ਦਾ, ਇੱਕ ਤੋਲਾ ਘੱਟੋ ਘੱਟ ਚਾਂਦੀ, ਉਹਨੂੰ ਰੁਪਈਆ ਕਹਿੰਦੇ ਸੀ। ਤੇ ਸੰਸਕ੍ਰਿਤ ਵਿੱਚ ਉਹਨੂੰ ਰਜਤਪਣ ਕਹਿੰਦੇ ਸੀ। ਪੰਜਾਬੀ 'ਚ ਰੁਪਈਆ ਸਿੱਧਾ ਜਿਹਾ ਰੂਪਾ ਕਹਿੰਦੇ, ਰੂਪੇ ਤੋਂ ਬਣਿਆ ਰੁਪਈਆ, ਚਾਂਦੀ ਤੋਂ ਬਣਿਆ ਰੂਪਾ, ਮੈਨੇ ਚਾਂਦੀ। ਜਿਹੜਾ ਚਾਂਦੀ ਦਾ ਬਣਿਆ ਉਹ ਰੁਪਈਆ। ਤੇ ਰਜਤਪਣ, ਰਜਤ ਕੀ ਹੁੰਦਾ ਉਹ ਵੀ ਪੜ੍ਹ ਲਓ ਡਿਕਸ਼ਨਰੀ 'ਚ। ਰਾਰਾ ਜੱਜਾ ਤਤਾ, ਰਜਤ ਮੈਨੇ ਚਾਂਦੀ। ਰਜਤ ਦਾ ਮਤਲਬ ਵੀ ਚਾਂਦੀ। ਲਿਖਿਆ ਇਤਿਹਾਸ ਵਿੱਚ ਵੀ ਬਾਬੇ ਨਾਨਕ ਦੇ ਪਿਤਾ ਨੇ 20 ਰਜਤਪਣ ਦਿੱਤੇ। 20 ਰਜਤਪਣ ਕਹਿੰਦੇ ਨੇ ਸਿੱਕਿਆਂ ਨੂੰ। ਤੇ ਚਾਂਦੀ ਦੇ ਸਿੱਕੇ ਦਿੱਤੇ, ਚਾਂਦੀ ਦੇ ਰੁਪਈਏ ਦਿੱਤੇ ਵੀ। ਉਹਨਾਂ ਦੇ ਨਾਲ ਮਹਾਰਾਜ ਨੇ, ਹੁਣ ਇਹ ਪਤਾ ਨਹੀਂ ਕਿੱਥੋਂ ਗੱਲਾਂ ਕੱਢਦੇ ਆ, ਕਹਿੰਦੇ ਵੀ ਰੁਪਈਏ ਹੁੰਦੇ ਹੀ ਕੋਈ ਨਹੀਂ ਸੀ, ਵੀ ਉਦੋਂ ਚਾਂਦੀ ਕੋਈ ਨਹੀਂ ਸੀ ਹੁੰਦੀ। ਸਰਕਾਰਾਂ ਕਿਵੇਂ ਚੱਲਦੀਆਂ ਸੀ, ਅਰਥ ਵਿਵਸਥਾ ਕਿਵੇਂ ਚੱਲਦੀ ਸੀ, ਪਤਾ ਨਹੀਂ। ਹਾਂ ਇਹ ਹੋ ਸਕਦਾ ਵੀ ਹੁਣ ਇਹ ਕਹਿਣ ਲੱਗ ਜਾਣ ਵੀ ਉਦੋਂ ਵੀ ATM ਹੁੰਦੇ ਸੀ, ਉਦੋਂ ਵੀ ਕਾਰਡ ਹੁੰਦੇ ਸੀ, ਇੱਦਾਂ ਦੀ ਨਾ ਗੱਲਾਂ ਕਰਨ ਲੱਗ ਜਾਣ।
ਉਹ ਤਾਂ ਹੁਣ ਫਿਰ ਰੱਬ ਹੀ ਰਾਖਾ ਹੈ। ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ। ਇਹ ਇਹੋ ਜਿਹੀਆਂ ਬੇਲੋੜੀਆਂ ਜਿਹੀਆਂ ਗੱਲਾਂ। ਮਹਾਰਾਜ ਨੇ 20 ਰੁਪਈਆਂ ਦਾ ਲੰਗਰ ਲਾਇਆ ਹੈ, ਪੂਰੀ ਦੁਨੀਆ ਨੂੰ ਬੜੀ ਵਧੀਆ ਫਿਲਾਸਫੀ ਦਿੱਤੀ ਹੈ। ਕਿਸੇ ਧਰਮ ਦੇ ਵਿੱਚ ਇੰਨੀ ਵੱਡੀ ਗੱਲ ਨਹੀਂ ਕੋਈ ਸਮਝਾ ਸਕਿਆ ਜਿਹੜੀ ਬਾਬੇ ਨਾਨਕ ਨੇ ਸਮਝਾ ਦਿੱਤੀ। ਧਰਮ ਸਾਰੇ ਸਤਿਕਾਰਯੋਗ ਨੇ, ਅਸੀਂ ਕਿਸੇ ਦੀ ਨਿੰਦਾ ਨਹੀਂ ਕਰਦੇ, ਪਰ ਸ੍ਰੀ ਗੁਰੂ ਨਾਨਕ ਜੀ ਦਾ ਫਲਸਫਾ, ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਪੂਰੀ ਮਾਨਵਤਾ ਨੂੰ ਆਪਣੇ ਕਰਾਵੇ 'ਚ ਲੈਂਦਾ। ਫਿਰ ਲੰਗਰ ਇਹ ਨਹੀਂ ਕਿਹਾ ਵੀ ਸਿੱਖਾਂ ਨੂੰ ਖਵਾਉਣਾ, ਕੋਈ ਮੁਸਲਮਾਨ ਆ ਜਾਏ ਉਹਨੂੰ ਨਾ ਕਰਨੀ ਹੈ, ਹਿੰਦੂ ਨੂੰ ਨਾ ਕਰਨੀ ਹੈ, ਈਸਾਈ ਨੂੰ ਨਾ ਕਰ, ਨਹੀਂ, ਕੋਈ ਵੀ ਆਵੇ, ਹਾਂ ਆਓ ਜੀ, ਛਕੋ ਜੀ, ਬੈਠੋ ਜੀ, ਭਰਾ ਜੀ, ਵੀਰ ਜੀ, ਭੈਣ ਜੀ ਕਹਿ ਕੇ ਛਕਾਉਣਾ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ। ਰਾਵਰ ਕੋ ਉਪਦੇਸ਼ ਕਮਾਵੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਡੇ ਸਿੱਖ ਦੇਸ਼ਾਂ ਵਿੱਚ, ਪ੍ਰਦੇਸ਼ਾਂ ਵਿੱਚ ਤੁਹਾਡਾ ਉਪਦੇਸ਼ ਕਮਾ ਰਹੇ ਨੇ। ਕਰਕੇ ਪ੍ਰੇਮ ਆਹਾਰ ਅਚਾਵੇ। ਗੁਰੂ ਦੇ ਪਿਆਰ 'ਚ ਭਿੱਜੇ ਸਿੱਖਾਂ ਨੂੰ, ਆਏ ਗਏ ਯਾਤਰੂਆਂ ਨੂੰ, ਹਰ ਇਨਸਾਨ ਨੂੰ ਲੰਗਰ ਛਕਾਉਂਦੇ ਨੇ। ਸ਼੍ਰੀ ਹਰਿ ਰਾਏ ਬਾਕ ਜਬ ਸੁਨਿਓ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਸੁਣੇ, ਸਭਾ ਮਜਾਰ ਸਭਨ ਸੋ ਭਨਿਓ। ਸਾਰੀ ਸੰਗਤ ਵਿੱਚ ਮਹਾਰਾਜ ਬੋਲੇ, ਸਿੱਖ ਕੌਣ ਸੋ ਹਮੈ ਬਤਾਵਹੁ। ਬਈ ਕਿਹੜੇ ਕਿਹੜੇ ਸਿੱਖ ਲੰਗਰ ਲਾਉਂਦੇ ਨੇ, ਸਾਨੂੰ ਉਹਨਾਂ ਦੇ ਦਰਸ਼ਨ ਕਰਾਓ। ਦੇਗ ਦੇਤ ਤਿਨ ਕੋ ਦਿਖਰਾਵਹੁ। ਜਿਹੜੇ ਲੰਗਰ ਲਾਉਂਦੇ ਨੇ, ਕਿਹੜੇ ਕਿਹੜੇ ਸਿੱਖ ਲਾਉਂਦੇ ਨੇ, ਕਿਉਂਕਿ ਜਿਨ੍ਹਾਂ ਕੋਲ ਸਮਰੱਥਾ ਹੈ, ਜਿਨ੍ਹਾਂ ਕੋਲ ਹਿੰਮਤ ਹੈ, ਜਿਨ੍ਹਾਂ ਕੋਲ ਪ੍ਰੇਮ ਹੈ, ਜਿਨ੍ਹਾਂ ਕੋਲ ਸ਼ਰਧਾ, ਉਹੀ ਲਾਉਣਗੇ। ਸਾਰੀਆਂ ਚੀਜ਼ਾਂ ਚਾਹੀਦੀਆਂ। ਪਹਿਲੀ ਗੱਲ ਤਾਂ ਸ਼ਰਧਾ ਵਿਸ਼ਵਾਸ ਹੋਵੇ ਵੀ ਮੈਂ ਲੰਗਰ ਛਕਾਉਣਾ ਹੈ। ਜਿਹਦੇ ਅੰਦਰ ਇਹ ਪ੍ਰੇਮ ਹੈ, ਸ਼ਰਧਾ ਹੈ, ਫਿਰ ਉਹ ਹਿੰਮਤ ਕਰਦਾ, ਮਿਹਨਤ ਵੀ ਕਰਦਾ ਹੋਏਗਾ, ਕੋਈ ਖੇਤੀ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ, ਫਿਰ ਉਹ ਉਹਦੇ ਵਾਸਤੇ ਸਾਧਨ ਕਰਕੇ ਫਿਰ ਪ੍ਰਸ਼ਾਦਾ ਬਣਾ ਕੇ ਛਕਾਉਂਦਾ। ਇਹੋ ਜਿਹੇ ਘਾਲਣ ਵਾਲੇ ਸਿੱਖਾਂ ਦੇ ਸਾਨੂੰ ਦਰਸ਼ਨ ਕਰਾਓ ਭਾਈ। ਸੇਵ ਭਗਤ ਕੀ ਜਗਤ ਵਿਸਾਲਾ। ਜਿਹੜਾ ਪ੍ਰੇਮਾ ਭਗਤੀ ਨਾਲ, ਸ਼ਰਧਾ ਨਾਲ ਲੰਗਰ ਲਾਉਂਦੇ ਨੇ ਸਿੱਖ, ਉਹਨਾਂ ਦੇ ਦਰਸ਼ਨ ਕਰੀਏ। ਹਮ ਬੂਝਹਿ ਤਿਨ ਕੋ ਇਸ ਕਾਲਾ। ਅਸੀਂ ਉਹਨਾਂ ਨੂੰ ਕੁਝ ਪੁੱਛਣਾ ਵੀ ਚਾਹੁੰਦੇ ਹਾਂ। ਜਾਓ ਉਹਨਾਂ ਸਿੱਖਾਂ ਨੂੰ ਸਾਡੇ ਸਾਹਮਣੇ ਲੈ ਕੇ ਆਓ ਜਿਹੜੇ ਗੁਰੂ ਨਾਨਕ ਦੇ ਹੁਕਮ ਦੇ ਅਨੁਸਾਰ ਲੰਗਰ ਲਾਉਂਦੇ ਹਨ। ਤਬਹ ਸਿੱਖ ਉੱਠ ਕਰ ਦੋਇ ਫਿਰੇ। ਤਾਂ 2 ਸਿੱਖ ਫਿਰ ਗਏ। 2 ਸਿੱਖ ਉੱਠੇ ਮਹਾਰਾਜ ਦੇ ਦੀਵਾਨ ਚੋਂ ਤੇ ਬਾਹਰ ਡੇਰਿਆਂ ਵਿੱਚ ਗਏ ਹਨ, ਜਿੱਥੇ ਗੁਰੂ ਦੀਆਂ ਸੰਗਤਾਂ ਠਹਿਰੀਆਂ ਹੋਈਆਂ ਹਨ। ਜਹ ਜਹ ਬੈਠਾ ਦੇਖਣ ਕਰੇ। ਜਿੱਥੇ ਜਿੱਥੇ ਉਹ ਲੰਗਰਾਂ ਵਾਲੇ ਸਿੱਖ ਬੈਠੇ ਸੀਗੇ, ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਹਾਨੂੰ ਗੁਰੂ ਸਾਹਿਬ ਬੁਲਾ ਰਹੇ ਆ, ਭਾਈ ਦਰਬਾਰ ਵਿੱਚ ਆਓ, ਗੁਰੂ ਸਾਹਿਬ ਦੇ ਦਰਸ਼ਨ ਕਰੋ। ਕਰ ਇਕੱਤਰ ਗਰ ਟਿਗਲੇ ਆਏ। ਉਹਨਾਂ ਸਾਰਿਆਂ ਲਾਂਗਰੀ ਸਿੱਖਾਂ ਨੂੰ ਜਿਹੜੇ ਇਲਾਕਿਆਂ ਵਿੱਚ ਵੱਖਰੇ ਵੱਖਰੇ ਮੁਲਕਾਂ ਵਿੱਚ ਲੰਗਰ ਲਾਉਂਦੇ ਸੀਗੇ, ਇਕੱਠਿਆਂ ਕਰਕੇ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ 'ਚ ਲੈ ਆਏ। ਖਰੇ ਸਮੁਖ ਨਿਜ ਸੀਸ ਨਿਵਾਏ। ਉਹਨਾਂ ਸਿੱਖਾਂ ਨੇ ਆ ਕੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ ਖੜੇ ਹੋ ਗਏ। ਸ਼੍ਰੀ ਹਰਿ ਰਾਏ ਹੇਰ ਤਿਨ ਓਰੇ। ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਉਹਨਾਂ ਸਿੱਖਾਂ ਵੱਲ ਵੇਖਿਆ। ਖਰੇ ਅਗਾਰੀ ਜੁਗ ਕਰ ਜੋਰੇ। ਹੱਥ ਜੋੜ ਕੇ ਸਭ ਸਿੱਖ ਖੜੇ ਸਨ ਗੁਰੂ ਜੀ ਦੀ ਹਜ਼ੂਰੀ ਵਿੱਚ। ਬੂਝਨ ਕਰੇ ਕੌਣ ਬਿਦ ਸੇਵਾ। ਮਹਾਰਾਜ ਪੁੱਛਦੇ, ਹਾਂ ਬਈ ਗੁਰਮੁਖੋ, ਤੁਸੀਂ ਲੰਗਰ ਦੀ ਸੇਵਾ ਕਰਦੇ ਹੋ, ਕਿਸ ਤਰ੍ਹਾਂ ਕਰਦੇ ਹੋ? ਕਿਉਂਕਿ ਸੇਵਾ ਕਰਨਾ ਇੱਕ ਸਟੈਪ ਹੈ, ਸੇਵਾ ਢੰਗ ਨਾਲ ਕਰਨਾ ਕਿਹੜੇ ਢੰਗ ਨਾਲ ਕਰਦੇ ਹੋ, ਉਹਨੂੰ ਮਹਾਰਾਜ ਸੁਧਾਰਨਾ ਚਾਹੁੰਦੇ। ਸਾਧ ਸੰਗਤ ਜੀ, ਜੇ ਆਪਾਂ ਲੰਗਰ ਵੀ ਲਾਈਏ ਤੇ ਆਪਾਂ ਨੂੰ ਪਤਾ ਨਾ ਹੋਵੇ ਵੀ ਲੰਗਰ ਦੀ ਮਰਜ਼ਾਦਾ ਕੀ ਹੈ, ਫਿਰ ਵੀ ਲੰਗਰ ਦਾ ਫਲ ਨਹੀਂ ਮਿਲਦਾ। ਮਰਿਆਦਾ ਵੀ ਜ਼ਰੂਰੀ ਹੈ। ਮਰਿਆਦਾ ਕੀ ਹੈ? ਵੀ ਕਿਵੇਂ ਕਿਸੇ ਨਾਲ ਬੋਲਣਾ ਹੈ, ਕਿਵੇਂ ਕਿਸੇ ਨੂੰ ਜੀਆਂ ਕਹਿਣਾ ਹੈ, ਕਿਵੇਂ ਕਿਸੇ ਦੀ ਸੇਵਾ ਕਰਨੀ, ਇਹ ਸਾਰੀਆਂ ਗੱਲਾਂ ਨੇ, ਇੱਕ ਤਾਂ ਨਹੀਂ। ਲੰਗਰ ਦੀ ਵੀ ਬਹੁਤ ਪ੍ਰਕਾਰ ਦੀ ਮਰਿਆਦਾ ਹੈ। ਸੁੱਚਮ ਆਪਣੀ ਥਾਂ 'ਤੇ ਹੈ, ਭਾਂਡਿਆਂ ਦੀ ਸਫਾਈ, ਲੰਗਰ ਦੀ ਸਫਾਈ, ਫਿਰ ਬਣਾਉਣਾ, ਫਿਰ ਛਕਾਉਣਾ, ਫਿਰ ਛਕਾਉਣ ਵੇਲੇ ਬੋਲ ਬਾਣੀ ਕਿੱਦਾਂ ਦੀ, ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਦੱਸਣਾ ਚਾਹੁੰਦੇ ਸਿੱਖਾਂ ਨੂੰ। ਤੁਮਨੇ ਕੀਨਸ ਹਿਤ ਗੁਰਦੇਵਾ। ਮਹਾਰਾਜ ਕਹਿੰਦੇ, ਭਾਈ ਗੁਰਮੁਖੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਪਿਆਰੇ ਹੋ, ਉਹਨਾਂ ਦੇ ਵਾਸਤੇ ਲੰਗਰ ਲਾਉਂਦੇ ਹੋ। ਤਬ ਸਿੱਖਿਅਨ ਸਭ ਭੇਦ ਸੁਨਾਇਓ। ਤਾਂ ਸਾਰੇ ਸਿੱਖਾਂ ਨੇ ਹੱਥ ਜੋੜ ਕੇ ਇਸ ਤਰ੍ਹਾਂ ਆਖਿਆ, ਦਇਆ ਧਾਰ ਜੋ ਸਿੱਖ ਚਲ ਆਇਓ। ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀਓ, ਜਿਹੜਾ ਸਿੱਖ ਸਾਡੇ ਘਰ, ਸਾਡੇ ਪਿੰਡ, ਸਾਡੇ ਸ਼ਹਿਰ ਆਉਂਦਾ ਹੈ, ਅਸੀਂ ਇਹ ਸਮਝਦੇ ਹਾਂ ਵੀ ਦਇਆ ਕਰਕੇ ਆਇਆ ਹੈ। ਉਹਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਹੈ, ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ। ਅੱਜ ਕੱਲ੍ਹ ਤੇ ਕਿਸੇ ਦੇ ਘਰ ਆ ਜਾਏ ਤਾਂ ਉਹ ਕਹਿੰਦੇ ਕਿਉਂ ਆ ਗਿਆ?
ਵੀ ਸਾਨੂੰ ਰੋਟੀਆਂ ਪਕਾ ਕੇ ਖਵਾਉਣੀਆਂ ਪੈਣੀਆਂ ਹੈ। ਤੇ ਉਹ ਸਿੱਖ ਕਹਿੰਦੇ ਵੀ ਸ਼ੁਕਰ ਹੈ ਕੋਈ ਸਾਡੇ ਘਰ ਆਇਆ, ਭਲਕੇ ਉੱਠ ਪਰਾਉਣਾ ਮੇਰੇ ਘਰ ਆਵੋ। ਗੁਰਬਾਣੀ 'ਚ ਲਿਖਿਆ। ਅਸੀਂ ਕਹਿੰਦੇ ਹਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਦੇ ਨੇੜਿਓਂ ਵੀ ਨਹੀਂ ਲੰਘੇ ਅਸੀਂ। ਘਰ ਬੁਲਾਉਣਾ ਤੇ ਘਰ ਬੁਲਾ ਕੇ ਪ੍ਰਸ਼ਾਦਾ ਛਕਾਉਣਾ, ਇਹ ਗੁਰੂ ਸਾਹਿਬ ਦੇ ਸਮੇਂ ਦੀ ਮਰਜ਼ਾਦਾ ਹੈ। ਅੱਜ ਕੱਲ੍ਹ ਕਹਿੰਦੇ ਵੀ ਪੀਜ਼ਾ ਹੀ ਖਵਾ ਦਿਓ ਗੁਰਦੁਆਰੇ ਜਾ ਕੇ, ਤੇ ਮੁੜ ਕੇ ਫਿਰ ਨਹੀਂ ਫਤਿਹ ਬੁਲਾਣੀ, ਮੁੜ ਕੇ ਵੀ ਕੌਣ ਜੰਮਿਆ ਕੌਣ ਮਰਿਆ। ਇਹ ਸਾਡੀ ਹਾਲਤ ਹੋ ਗਈ ਹੁਣ। ਲੰਗਰ ਦੀ ਸੇਵਾ ਜਿਹੜੀ ਹੈ ਇਹ ਬਹੁਤ ਉੱਤਮ ਸੇਵਾ ਹੈ ਕਿ ਆਓ ਸਾਡੇ ਘਰ ਆਓ, ਲੰਗਰ ਛਕਾਈਏ। ਤੇ ਜੇ ਕੋਈ ਕਿਰਪਾ ਕਰਕੇ ਆ ਜਾਂਦਾ ਹੈ, ਦਇਆ ਧਾਰ ਜੋ ਦਇਆ ਕਰਕੇ ਸਿੱਖ ਸਾਡੇ ਘਰ ਆਉਂਦਾ ਹੈ, ਤਿਸ ਕੋ ਭੋਜਨ ਦੇ ਤ੍ਰਿਪਤਾਇਵ, ਉਹਨੂੰ ਫਿਰ ਪ੍ਰਸ਼ਾਦਾ ਛਕਾਣਾ, ਹੱਥੀਂ ਭੋਜਨ ਬਣਾ ਕੇ ਛਕਾਈਦਾ ਹੈ। ਸਭਨ ਪਛਾਰੀ ਤੇ ਹਮ ਖਾਇਵ, ਫਿਰ ਅਸੀਂ ਬਾਅਦ ਚ ਖਾਂਦੇ ਹਾਂ। ਦੇਖੋ ਸਾਧ ਸੰਗਤ ਜੀ, ਪਹਿਲਾਂ ਘਰ ਆਏ ਨੂੰ ਛਕਾਣਾ, ਸਿੱਖ ਕੋਈ ਆਇਆ ਪਹਿਲਾਂ ਉਹਨੂੰ ਸੁੱਚਾ ਪ੍ਰਸ਼ਾਦਾ ਛਕਾਣਾ, ਉਹਦੇ ਤੋਂ ਬਾਅਦ ਫਿਰ ਅਸੀਂ ਛਕਦੇ ਹਾਂ। ਜਿਤਕ ਅਥਿਤ ਕਿਰਪਾ ਕਰ ਆਵੈ, ਜਿੰਨੇ ਕੁ ਪ੍ਰਾਹੁਣੇ, ਜਿੰਨੇ ਕੁ ਅਤਿਥੀ, ਜਿੰਨੇ ਕੁ ਸਿੱਖ ਲੰਗਰ ਛਕਣ ਕਿਰਪਾ ਕਰਕੇ ਆ ਜਾਂਦੇ ਨੇ, ਲੰਗਰ ਤੇ ਆਹਾਰ ਸਭ ਖਾਵੈ, ਉਹ ਪਹਿਲਾਂ ਲੰਗਰ ਛਕਦੇ ਨੇ, ਅਸੀਂ ਉਹਨਾਂ ਨੂੰ ਛਕਾਉਂਦੇ ਹਾਂ। ਉਸ ਤੋਂ ਬਾਅਦ ਜਿਹੜਾ ਬਚਿਆ ਹੁੰਦਾ ਉਹ ਅਸੀਂ ਖਾਂਦੇ ਹਾਂ। ਨਿਜ ਸੇਵਾ ਕਰਤੇ ਜਿਮ ਰਹੇ, ਕਹਿੰਦੇ ਜਿਵੇਂ ਸੇਵਾ ਕਰਦੇ ਰਹੇ ਨਾ ਸਿੱਖ, ਆਪੋ ਆਪਣੇ ਢੰਗ ਨਾਲ ਦੱਸਦੇ ਹਨ। ਆਪਣੇ ਕਰਮ ਸਮੂਹਨ ਕਹੇ, ਸਾਰਿਆਂ ਨੇ ਦੱਸਿਆ, ਕਿਸੇ ਨੇ ਕੁਛ ਤਰੀਕੇ ਨਾਲ ਦੱਸਿਆ, ਕਿਉਂਕਿ ਇਲਾਕਿਆਂ ਦਾ ਵੀ ਫਰਕ ਹੈ। ਸਾਧ ਸੰਗਤ ਜੀ, ਇੱਕ ਇਲਾਕੇ ਵਿੱਚ ਕਣਕ ਹੁੰਦੀ ਹੈ, ਇੱਕ ਵਿੱਚ ਚੌਲ ਹੁੰਦੇ ਆ, ਇੱਕ ਵਿੱਚ ਬਾਜਰਾ ਹੁੰਦਾ, ਵੱਖਰੇ ਵੱਖਰੇ ਖਾਣਿਆਂ ਦਾ ਵੀ ਫਰਕ ਹੈ, ਫਿਰ ਰਹਿਣ ਸਹਿਣ ਦਾ ਵੀ ਫਰਕ ਹੈ, ਵਰਤੋਂ ਵਿਹਾਰ ਦਾ ਵੀ ਫਰਕ ਹੈ। ਉਹ ਆਪੋ ਆਪਣੇ ਢੰਗ ਨਾਲ ਸਿੱਖਾਂ ਨੇ ਦੱਸਿਆ ਵੀ ਅਸੀਂ ਇੱਦਾਂ ਲੰਗਰ ਕਰਦੇ ਹਾਂ, ਕਿਸੇ ਨੇ ਆਖਿਆ ਜੀ ਅਸੀਂ ਇੱਦਾਂ ਕਰਦੇ ਹਾਂ, ਕਿਸੇ ਨੇ ਆਖਿਆ ਅਸੀਂ ਇੱਦਾਂ ਕਰਦੇ ਹਾਂ। ਸਾਰਿਆਂ ਦੀ ਗੁਰੂ ਸਾਹਿਬ ਸੁਣਦੇ ਰਹੇ, ਸੁਨਤ ਖਿਮਾ ਕਰ ਰਹੇ ਗੁਸਾਈ, ਪਰ ਕਿਸੇ ਨਾਲ ਨਾਰਾਜ਼ਗੀ ਨਹੀਂ ਕੀਤੀ। ਇਹ ਨਹੀਂ ਕਿਹਾ ਵੀ ਤੁਸੀਂ ਗਲਤ ਕਰਦੇ ਹੋ, ਸਭ ਦੀ ਗੱਲ ਸੁਣੀ। ਹਾਂਜੀ, ਨਹਿ ਸ਼੍ਰੀ ਮੁਖ ਤੇ ਕਛੂ ਅਲਾਈ, ਕਿਸ ਟੋਕਿਆ ਨਹੀਂ ਕਿਸੇ ਨੂੰ, ਇਹ ਨਹੀਂ ਕਿਹਾ ਇਹ ਤੁਸੀਂ ਗਲਤ ਕਰਦੇ ਹੋ। ਅੱਜ ਕੱਲ੍ਹ ਮੇਰੇ ਵਰਗੇ ਗਿਆਨੀ ਉਹ ਪਹਿਲਾਂ ਹੀ ਕਿਸੇ ਨੂੰ, ਅੱਧਾ ਵਿਚਾਰਾ ਮਾੜਾ ਜਿਹਾ ਜੁੜਿਆ ਹੁੰਦਾ, ਉਸੇ ਵੇਲੇ ਤੋੜ ਦਿੰਦੇ, ਤੂੰ ਆਹ ਠੀਕ ਨਹੀਂ ਕੀਤਾ। ਅਗਲਾ ਫਤਿਹ ਨਹੀਂ ਬੁਲਾਉਂਦਾ, ਮੁੜ ਕੇ ਗੁਰਦੁਆਰੇ ਹੀ ਨਹੀਂ ਵੜਦਾ, ਕਹਿੰਦੇ ਇੱਥੇ ਤਾਂ ਬੋਲਦੇ ਹੀ ਹੋਰ ਤਰ੍ਹਾਂ ਨੇ। ਸੋ ਸਾਧ ਸੰਗਤ ਜੀ, ਮਹਾਰਾਜ ਚੁੱਪ ਕਰਕੇ ਸੁਣਦੇ ਰਹੇ ਸਾਰਿਆਂ ਦੀ ਗੱਲ। ਤਬ ਸੰਗਤ ਸਭ ਕੀਨਸ ਬਿਨਤੀ, ਫਿਰ ਸਾਰੀ ਸੰਗਤ ਨੇ ਬੇਨਤੀ ਕੀਤੀ, ਰਹੀ ਪ੍ਰਭੂ ਜੀ ਹਮ ਔਰ ਗਿਣਤੀ। ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਸਾਡਾ ਸਾਰਿਆਂ ਦਾ ਸੁਣ ਤਾਂ ਲਿਆ ਹੈ, ਪਰ ਕੋਈ ਬਚਨ ਨਹੀਂ ਕੀਤਾ। ਸਾਡੇ ਮਨ 'ਚ ਸ਼ੰਕਾ ਹੈ, ਗਿਣਤੀ ਉੱਠੀ ਹੈ ਜਥਾ ਆਪ ਕੀ ਆਗਿਆ ਹੋਏ, ਕਿ ਆਪ ਜੀ ਕੋਈ ਜੁਗਤੀ ਦੱਸ ਦਿਓ। ਹੋ ਸਕਦਾ ਸਾਡੇ ਕੋਲੋਂ ਸੇਵਾ ਸਹੀ ਨਾ ਹੋ ਸਕਦੀ ਹੋਵੇ, ਆਪ ਸਮਤ ਬਖਸ਼ੋ, ਕਿਹੜੇ ਢੰਗ ਨਾਲ ਅਸੀਂ ਸੇਵਾ ਕਰੀਏ। ਤਥਾ ਕਰੈ ਸੁਨ ਕਹਿ ਸਭ ਕੋਏ, ਜਿਵੇਂ ਆਪ ਜੀ ਦੱਸੋਗੇ ਉਵੇਂ ਹੀ ਅਸੀਂ ਮਹਾਰਾਜ ਸੇਵਾ ਕਰਿਆ ਕਰਾਂਗੇ। ਤਬ ਸ਼੍ਰੀ ਮੁਖ ਤੇ ਸਤਿਗੁਰ ਬੋਲੇ, ਤਾਂ ਸਤਿਗੁਰੂ ਜੀ, ਗੁਰੂ ਹਰਿਰਾਏ ਸਾਹਿਬ ਜੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਇਉਂ ਬੋਲੇ, ਜਗਤ ਭਗਤ ਕੀ ਰੀਤ ਅਮੋਲੇ। ਮਹਾਰਾਜ ਕਹਿੰਦੇ ਭਾਈ, ਇਸ ਜਗਤ ਵਿੱਚ ਭਗਤੀ ਦਾ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਆਏ ਆ, ਸਿੱਖਾਂ ਨੂੰ ਭਗਤ ਬਣਾਇਆ। ਭਗਤੀ ਹੁੰਦੀ ਸੇਵਾ ਕਰਕੇ, ਭਾਵਨਾ ਕਰਕੇ। ਤੇ ਜੇ ਆਪਾਂ ਭਾਵਨਾ ਹੀ ਕੋਈ ਨਹੀਂ ਅੰਦਰ, ਸ਼ਰਧਾ ਹੀ ਕੋਈ ਨਹੀਂ, ਤੇ ਫੇਰ ਭਗਤੀ ਨਹੀਂ ਹੁੰਦੀ। ਗੁਰੂ ਸਾਹਿਬ ਨੇ ਸਾਨੂੰ ਭਗਤੀ ਦਾ ਢੰਗ ਦੱਸਿਆ ਹੈ। ਗੁਰੂ ਨਾਨਕ ਦੇਵ ਜੀ ਨੇ, ਭਗਤੀ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਕਲਯੁਗ 'ਚ ਹੋ ਨਹੀਂ ਸਕਦੀ। ਸੁਨਹੁ ਸਿੱਖਿਆ ਤੁਮ ਅਤ ਪ੍ਰਿਯ ਮੋਰੇ, ਤੁਸੀਂ ਮੇਰੇ ਪਿਆਰੇ ਸਿੱਖ ਹੋ, ਤੁਸੀਂ ਮੈਨੂੰ ਪੁੱਛਿਆ ਤਾਂ ਮੈਂ ਤੁਹਾਨੂੰ ਦੱਸਦਾ ਹਾਂ। ਕਰਨ ਪ੍ਰੇਮ ਕੀ ਨਿਤ ਉਰ ਲੋਰੇ, ਭਾਈ ਪ੍ਰੇਮ ਕਰਨਾ ਸਭ ਤੋਂ ਵੱਡੀ ਜ਼ਰੂਰਤ ਹੈ ਤੁਹਾਡੀ। ਪ੍ਰੇਮ ਬਹੁਤ ਵੱਡੀ ਚੀਜ਼ ਹੈ, ਪ੍ਰੇਮ ਨਾਲ ਪਰਮਾਤਮਾ ਮਿਲਦਾ ਹੈ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਾਂ ਤੇ ਸ਼ੁਭ ਉਪਦੇਸ਼ ਬਤਾਵਾਂ, ਇਸ ਕਰਕੇ ਅਸੀਂ ਤੁਹਾਨੂੰ ਭਗਤੀ ਦਾ ਮਾਰਗ ਦੱਸਦੇ ਹਾਂ। ਜਮ ਸੰਕਟ ਤੇ ਤੁਮਹਿ ਛਡਾਵਾਂ, ਤੁਹਾਨੂੰ ਜਮਾਂ ਤੋਂ ਛੁਡਾਉਣਾ ਹੈ। ਅੰਤ ਵੇਲੇ ਜਮਾਂ ਦੀ ਮਾਰ ਨਾ ਪਵੇ, ਜਮਾਂ ਦੇ ਡੰਡੇ ਨਾ ਪੈਣ, ਤੁਸੀਂ ਜਨਮ ਮਰਨ ਤੋਂ ਰਹਿਤ ਹੋ ਜਾਓ, ਤੁਹਾਨੂੰ ਇਸੇ ਜਨਮ ਦੇ ਵਿੱਚ ਪ੍ਰਮਾਤਮਾ ਮਿਲ ਜਾਵੇ। ਇਹ ਸਾਡੀ ਕੋਸ਼ਿਸ਼ ਹੈ। ਨਿਸ ਦਿਨ ਚਿਤਵਨ ਚਿਤਵਤ ਚਿਤ ਮੈਂ, ਅਸੀਂ ਰੋਜ਼ ਇਹੀ ਸੋਚਦੇ ਰਹਿੰਦੇ ਹਾਂ ਵੀ ਸਾਡੇ ਸਿੱਖ ਨਰਕਾਂ 'ਚ ਨਾ ਜਾਣ,
ਸਾਡੇ ਸਿੱਖਾਂ ਦੀ ਆਤਮਾ ਦਾ ਕਲਿਆਣ ਹੋਵੇ, ਸਾਡੇ ਸਿੱਖ ਦੁਨੀਆ 'ਚ ਵੀ ਸੁਖੀ ਰਹਿਣ ਤੇ ਪਰਲੋਕ ਵਿੱਚ ਵੀ ਸੁਖੀ ਰਹਿਣ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਮਮ ਸਿੱਖ ਪ੍ਰਾਪਤ ਹੋਏ ਸ਼ੁਭ ਗਤ ਮੈਂ, ਮੇਰੇ ਸਿੱਖਾਂ ਨੂੰ ਸ਼ੁਭ ਗਤੀ ਪ੍ਰਾਪਤ ਹੋਵੇ, ਇਹ ਅਸੀਂ ਚਾਹੁੰਦੇ ਹਾਂ। ਸਮੇਂ ਚੁਕੇ ਤੇ ਜੋ ਸਿੱਖ ਆਇਬ। ਮਹਾਰਾਜ ਕਹਿੰਦੇ ਸੁਣੋ ਫਿਰ ਲੋ, ਤੁਹਾਨੂੰ ਦੱਸੀਏ ਇੱਕ ਹੋਰ ਲੰਗਰ ਦਾ ਨੁਕਤਾ। ਤੁਸੀਂ ਲੰਗਰ ਛਕਾ ਕੇ ਛਕਦੇ ਹੋ, ਬੜੀ ਵਧੀਆ ਗੱਲ ਹੈ। ਪਹਿਲਾਂ ਆਏ ਗਿਆ ਨੂੰ ਛਕਾਉਂਦੇ ਹੋ ਤੇ ਫਿਰ ਆਪ ਛਕਦੇ ਹੋ, ਪਰ ਤੁਸੀਂ ਇੱਕ ਟਾਈਮ ਬੰਨਿਆ ਹੋਇਆ ਵੀ 12 ਤੋਂ 2 ਵਜੇ ਤੱਕ ਦੁਪਹਿਰ ਨੂੰ ਜੇ ਕੋਈ ਆ ਗਿਆ ਉਹਨੂੰ ਛਕਾ ਦੇਵਾਂਗੇ, ਜਾਂ ਰਹਿ ਰਾਸ ਤੋਂ ਟਾਈਮ ਤੇ ਸ਼ਾਮ ਨੂੰ ਕੋਈ ਆ ਗਿਆ ਉਹਨੂੰ ਛਕਾ ਦੇਵਾਂਗੇ। ਠੀਕ ਹੈ, ਉਹ ਵੀ ਜ਼ਰੂਰੀ ਹੈ, ਪਰ ਸਮੇਂ ਚੁੱਕੇ ਤੇ ਜੋ ਨਰ ਆਏ, ਸਮਾਂ ਲੰਘ ਗਿਆ ਹੋਵੇ, ਲੰਗਰ ਦਾ ਟਾਈਮ ਨਾ ਹੋਵੇ, ਬੇਟਾਈਮਾ ਕੋਈ ਸਿੱਖ ਆ ਜਾਵੇ, ਹਾਂਜੀ, ਤੇ ਹਤੀ ਕਿਨਹੁ ਆਹਾਰ ਖਲਾਇਬ, ਉਹਨੂੰ ਵੀ ਛਕਾਉਂਦੇ ਹੋ। ਜੇ ਕੋਈ ਅੱਧੀ ਰਾਤ ਨੂੰ ਆ ਜੇ ਕਿ ਭੁੱਖ ਲੱਗੀ ਹੈ, ਉਹਦੇ ਨਾਲ ਕਿੱਦਾਂ ਵਰਤਦੇ ਹੋ, ਕੀ ਕਹਿੰਦੇ ਹੋ ਫਿਰ ਉਹਨੂੰ? ਜੇ ਕੋਈ ਦੁਪਹਿਰਾ ਟੱਪ ਜਾਵੇ, ਸ਼ਾਮ ਨੂੰ 4 ਵਜੇ ਹੋਣ, ਨਾ ਇੱਧਰ ਦਾ ਟਾਈਮ ਨਾ ਉੱਧਰ ਦਾ, ਉਹਨੂੰ ਲੱਗੀ ਹੋਵੇ ਭੁੱਖ, ਤੁਹਾਡੇ ਘਰ ਆ ਜਾਵੇ, ਤੁਸੀਂ ਉਹਨੂੰ ਕਿਵੇਂ ਖਵਾਉਂਦੇ ਹੋ? ਹਾਂਜੀ, ਇਸ ਕੋ ਫਲ ਉੱਤਮ ਇਹ ਜਾਣੋ। ਭਾਈ ਇਹਦਾ ਬੜਾ ਵੱਡਾ ਫਲ ਹੈ, ਬਹੁਤ ਫਲ ਹੈ ਇਹਦਾ, ਜਿਹੜਾ ਤੁਹਾਨੂੰ ਦੱਸਣ ਲੱਗੇ ਆ। ਹਾਂਜੀ, ਅੰਨ ਦਾਨ ਸਮਦਾਨ ਨ ਮਾਨੋ, ਅੰਨ ਵਰਗਾ ਕੋਈ ਦਾਨ ਨਹੀਂ। ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਸਭ ਤੋਂ ਵੱਡਾ ਦਾਨ ਹੈ। ਮਰਦੇ ਨੂੰ ਜਾਨ ਪਾ ਦੇਣੀ, ਕਿਉਂਕਿ ਹੋਰ ਚੀਜ਼ਾਂ ਵੀ ਇਹਨਾਂ ਤੇ ਗੁਜ਼ਾਰਾ ਹੋ ਜਾਂਦਾ, ਰੋਟੀ ਪਾਣੀ ਵੀ ਨਾ ਗੁਜ਼ਾਰਾ ਨਹੀਂ ਹੁੰਦਾ। ਇਸ ਕਰਕੇ ਬਾਬੇ ਨਾਨਕ ਨੇ ਸਾਰਿਆਂ ਨੂੰ ਅੰਨਦਾਨ ਦੀ ਮਹਿਮਾ ਦਰਸਾਉਣ ਵਾਸਤੇ ਲੰਗਰ ਲਾਏ ਆ। ਹਾਂਜੀ, ਸੋਨ ਸਿੱਖ ਬੂਝਤ ਇਹੋ ਕਿਵੇਂ ਲਹੀਆ, ਕਹਿੰਦੇ ਸਿੱਖਾਂ ਨੇ ਆਖਿਆ ਮਹਾਰਾਜ ਇਹ ਕਿਵੇਂ ਪਤਾ ਚੱਲੇ? ਸਮੋ ਚੁਕਿਓ ਕਿਹ ਕੋ ਪ੍ਰਭ ਕਹੀਆ। ਮਹਾਰਾਜ ਸਮਾਂ ਚੁੱਕਿਆ ਕਿਹਨੂੰ ਕਹਿੰਦੇ ਨੇ? ਤੁਸੀਂ ਕਹਿੰਦੇ ਨਾ ਵੀ ਟਾਈਮ ਲੰਘਿਆ ਆਵੇ, ਉਹ ਕੀ ਹੁੰਦਾ? ਕਿਰਪਾ ਕਰਕੇ ਦੱਸੋ। ਇਸ ਕੋ ਜਾਣ ਕਰ ਹੈ ਪੁਨ ਤੈਸੇ, ਜਿਵੇਂ ਆਪ ਜੀ ਦੱਸੋਗੇ ਅਸੀਂ ਉਵੇਂ ਹੀ ਕਰਾਂਗੇ, ਹਿਤ ਕੋ ਕਰਨ ਆਪ ਕੋ ਜੈਸੇ, ਕਿਉਂਕਿ ਆਪ ਜੀ ਦੀ ਖੁਸ਼ੀ ਲੈਣੀ ਸਾਡਾ ਪ੍ਰਯੋਜਨ ਹੈ। ਦੋਹਰਾ ਫਰਮਾਇਬ ਸ਼੍ਰੀ ਬਦਨ ਤੇ, ਸਤਿਗੁਰੂ ਜੀ ਆਪਣੇ ਮੁਖਾਰ ਬਿਨ ਤੋਂ ਇਉਂ ਬੋਲੇ, ਬੀਤਿਓ ਸਮੋ ਆਹਾਰ। ਕਹਿੰਦੇ ਬਈ ਉਹਦਾ ਮਤਲਬ ਵੀ ਲੰਗਰ ਦਾ ਟਾਈਮ ਲੰਘ ਗਿਆ ਹੋਵੇ, ਬੀਤ ਗਿਆ ਹੋਵੇ। ਯਾਨੀ ਜੇ ਦੁਪਹਿਰ ਦੀ ਰੋਟੀ ਦਾ ਟਾਈਮ ਜ਼ਿਆਦਾਤਰ ਹੁੰਦਾ 12 ਤੋਂ ਲੈ ਕੇ 2 ਵਜੇ ਤੱਕ, ਲੋਕ ਇਸ ਵੇਲੇ ਲੰਚ ਕਰ ਲੈਂਦੇ ਆ, ਅਤੇ ਰਾਤੀ 7-8 ਤੋਂ ਲੈ ਕੇ 9 ਵਜੇ ਤੱਕ ਡਿਨਰ ਕਰ ਲੈਂਦੇ ਆ। ਉਹ ਟਾਈਮ ਹੈ ਪ੍ਰਸ਼ਾਦੇ ਦਾ, ਸਾਰੀ ਦੁਨੀਆ ਦਾ ਹੀ ਹੈ। ਕਹਿੰਦੇ ਉਹ ਟਾਈਮ ਲੰਘ ਗਿਆ ਹੋਵੇ, ਹੋਰ ਕੋਈ ਟਾਈਮ ਹੋਵੇ। ਹਾਂਜੀ, ਛੱਡਿਆ ਸਿੱਖਿਆ ਆਇਓ ਤਬਹਾ, ਉਸ ਵੇਲੇ ਕੋਈ ਸਿੱਖ ਆ ਜਾਏ, ਉਹਨੂੰ ਭੁੱਖ ਲੱਗੀ ਹੋਵੇ, ਤ੍ਰਿਪਤਾਵ ਹੈ ਕਰ ਤਿਆਰ। ਉਹਦੇ ਲਈ ਭਾਵੇਂ ਸਪੈਸ਼ਲ ਆਟਾ ਗੁੰਨਣਾ ਪਵੇ, ਸਪੈਸ਼ਲ ਦਾਲ ਬਣਾਉਣੀ ਪਵੇ, ਸਬਜ਼ੀ ਬਣਾਉਣੀ ਪਵੇ, ਬਣਾ ਕੇ ਛਕਾਵੇ ਉਹਨੂੰ। ਜੇ ਮੰਨ ਲਓ ਲੰਗਰ ਫਤਿਹ ਹੋ ਗਿਆ, ਲੰਗਰ ਫਤਿਹ ਹੋ ਗਿਆ, ਕੋਈ ਸਿੱਖ ਆ ਗਿਆ, ਤੇ ਉਹਨੂੰ ਆਪਾਂ ਇਹ ਨਹੀਂ ਕਹਿਣਾ ਵੀ ਹੁਣ ਸ਼ਾਮ ਨੂੰ ਆਵੀਂ ਬਈ, ਹੁਣ ਨਹੀਂ, ਉਸੇ ਵੇਲੇ ਹੀ ਜਿੰਨਾ ਵੀ ਸਾਧਨ ਹੈ, ਭਾਵੇਂ ਤੁਹਾਡੇ ਕੋਲ ਦਾਲ ਹੈ ਦਾਲ ਬਣਾ ਦਿਓ, ਸਬਜ਼ੀ ਹੈ ਸਬਜ਼ੀ ਬਣਾ ਦਿਓ, ਲੂਣ ਨਾਲ ਹੀ ਖਵਾ ਦਿਓ। ਲੂਣ ਤਾਂ ਹੁੰਦਾ ਹੀ ਹੈ ਮਾੜਾ ਮੋਟਾ, ਆਟੇ 'ਚ ਲੂਣ ਪਾ ਕੇ ਪ੍ਰਸ਼ਾਦਾ ਬਣਾ ਕੇ ਅਗਲੇ ਦੇ ਅੱਗੇ ਰੱਖ ਦਿਓ, ਮਹਾਰਾਜ ਇਹੀ ਹੈ ਛਕ ਲਓ। ਤੇ ਉੱਥੇ ਭੁੱਖਾ ਬੰਦਾ ਉਹ ਵੀ ਛਕ ਕੇ ਸ਼ੁਕਰ ਕਰਦਾ ਵੀ ਧੰਨਵਾਦ ਛਕਣ ਨੂੰ ਮਿਲ ਗਿਆ, ਪਰ ਬਿਲਕੁਲ ਭੁੱਖਾ ਨਾ ਮਾਰੇ। ਇਹ ਨਾ ਕਹੇ ਵੀ ਨਹੀਂ ਕੱਲ੍ਹ ਨੂੰ ਆਵੀਂ, ਹੁਣ ਇੱਦਾਂ ਦਾ ਜਵਾਬ ਨਾ ਦੇਵੇ। ਉਸੇ ਵੇਲੇ ਜੋ ਵੀ ਹੈ ਤਿਆਰ ਕਰਕੇ ਛਕਾਵੇ। ਚੌਪਈ ਅਸ ਸੇਵਾ ਮਹਿ ਪ੍ਰੇਮ ਵਿਸਾਲ, ਇਸ ਤਰ੍ਹਾਂ ਸੇਵਾ ਵਿੱਚ ਪ੍ਰੇਮ ਹੋਵੇ, ਲਗਨ ਹੋਵੇ। ਕਿਸੇ ਸਮੇਂ ਵੀ ਕੋਈ ਆ ਗਿਆ, ਆਉਂਦੇ ਨੂੰ ਜਲ ਪਾਣੀ ਛਕਾਉਣਾ, ਪ੍ਰਸ਼ਾਦਾ ਛਕਾਉਣਾ, ਲੋੜ ਮੁਤਾਬਕ ਉਹਦੀ ਪੂਰੀ ਸੇਵਾ ਕਰੇ। ਇਹੀ ਸਿੱਖੀ ਦਾ ਸਭ ਤੋਂ ਵੱਡਾ ਅਸੂਲ ਹੈ। ਕਰੈ ਤਿਆਰ ਪੁਨ ਦੇ ਹਿਤ ਨਾਲ, ਕਹਿੰਦੇ ਤਿਆਰ ਕਰਕੇ ਹਿਤ ਦੇ ਨਾਲ, ਪ੍ਰੇਮ ਦੇ ਨਾਲ ਲੰਗਰ ਛਕਾਵੇ। ਚੁੱਕੇ ਸਮਾਂ ਅਥਿਤ ਸਿੱਖ ਆਵੈ, ਕਹਿੰਦੇ ਸਮਾਂ ਲੰਘ ਗਿਆ ਹੋਵੇ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਮਾਂ ਲੰਘ ਗਿਆ ਹੋਵੇ, ਉਸ ਵੇਲੇ ਕੋਈ ਪ੍ਰਾਹੁਣਾ, ਕੋਈ ਸਿੱਖ ਕੋਈ ਆ ਜਾਵੇ, ਭਾਉ ਭਗਤ ਸੋ ਤਿਸ ਤ੍ਰਿਪਤਾਵੈ, ਬੜੇ ਪ੍ਰੇਮ ਨਾਲ, ਬੜੀ ਸ਼ਰਧਾ ਨਾਲ, ਭਾਵ ਭਗਤੀ ਨਾਲ ਉਹਨੂੰ ਰਜਾਵੇ। ਅਸ ਸੇਵਾ ਮੈਂ ਕਰੋ ਪ੍ਰਮਾਨ, ਇਹ ਹੀ ਸਮਝੇ ਵੀ ਮੇਰੇ ਘਰ ਗੁਰੂ ਨਾਨਕ ਦੇਵ ਜੀ ਆ ਗਏ। ਸਿੱਖ ਨਾ ਸਮਝੇ, ਇਹ ਸਮਝੇ ਵੀ ਗੁਰੂ ਆਪ ਆਇਆ ਚੱਲ ਕੇ, ਕਿਉਂਕਿ ਗੁਰੂ ਦਾ ਬਚਨ ਹੈ ਵੀ ਮੈਂ ਆਪਣੇ ਸਿੱਖਾਂ 'ਚ ਰਹਿੰਦਾ ਹਾਂ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਚੁਣ ਕੱਢੇ ਲੱਧੋ ਵਾਰੇ। ਗੁਰੂ ਕਾ ਸਿੱਖ ਤੇ ਗੁਰੂ ਦਾ ਰੂਪ ਹੀ ਹੈ।
ਇਹ ਜਾਣ ਕੇ ਗੁਰੂ ਕੇ ਸਿੱਖਾਂ ਦੀ ਸੇਵਾ ਕਰੇ। ਮੁਝਕੋ ਤ੍ਰਿਪਤ ਸੋ ਕਰੈ ਮਹਾਨ। ਸਤਿਗੁਰੂ ਕਹਿੰਦੇ ਜਿਹੜਾ ਇਦਾਂ ਬੇਟਾਈਮਾ ਸਿੱਖ ਨੂੰ ਪ੍ਰਸ਼ਾਦਾ ਛਕਾਉਂਦਾ, ਬੇਟਾਈਮਾ ਕਿਸੇ ਬੰਦੇ ਨੂੰ ਰੋਟੀ ਖਵਾਉਂਦਾ, ਉਹ ਮੈਨੂੰ ਖਵਾਉਂਦਾ, ਮੈਂ ਖਾਂਦਾ। ਗੁਰੂ ਰਾਏ ਸਾਹਿਬ ਕਹਿੰਦੇ ਮੈਂ ਛਕਦਾ ਉਹ ਪ੍ਰਸ਼ਾਦਾ। ਜਿਹੜਾ ਕੋਈ ਗੁਰੂ ਕਾ ਭੁੱਖਾ ਲੋੜਵੰਦ ਸਿੱਖ ਖਾਂਦਾ, ਉਹ ਪ੍ਰਸ਼ਾਦਾ ਗੁਰੂ ਦੇ ਮੂੰਹ 'ਚ ਪੈਂਦਾ ਹੈ। ਅਤ ਪ੍ਰਸੰਨ ਮੈਂ ਤਿਸ ਪਰ ਹੋਵਾਂ। ਉਸ ਬੰਦੇ ਤੇ ਮੈਂ ਬਹੁਤ ਖੁਸ਼ ਹੁੰਦਾ, ਉਸ ਸੇਵਾਦਾਰ ਤੇ, ਉਸ ਲਾਂਗਰੀ ਤੇ, ਉਸ ਸਿੱਖ ਤੇ ਮੇਰੀ ਬਹੁਤ ਵੱਡੀ ਖੁਸ਼ੀ ਹੁੰਦੀ ਹੈ। ਜਨਮ ਮਰਨ ਕੇ ਸੰਕਟ ਖੋਵਾਂ। ਉਸ ਬੰਦੇ ਦੇ ਜਨਮ ਦੇ ਸੰਕਟ ਕੱਟ ਦੇਈਦੇ, ਜਨਮ ਮਰਨ ਹੀ ਕੱਟ ਦੇਈਦਾ, ਉਹਦੀ 84 ਕੱਟ ਦੇਈਦੀ ਹੈ। ਹਲਤ ਪਲਤ ਮੈਂ ਰਹੋ ਸਹਾਇਕ। ਲੋਕ ਦੇ ਪਰਲੋਕ ਵਿੱਚ ਅਸੀਂ ਉਹਦੀ ਸਹਾਇਤਾ ਕਰਦੇ ਹਾਂ, ਰੱਛਾ ਦੇ ਕਰ ਬਿਗਨ ਨਸਾਇਕ। ਤੇ ਉਹਦੀ ਰੱਖਿਆ ਕਰਦੇ ਹਾਂ, ਬਿਗਨਾਂ ਤੋਂ ਉਹਨੂੰ ਬਚਾਉਂਦੇ ਹਾਂ। ਜਿਹੜਾ ਸਿੱਖ ਧੰਨ ਭਾਈ ਲਾਲੋ ਜੀ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਪਹਿਲਾਂ ਸੇਵਾਦਾਰ ਉਹ ਬਣੇ, ਲੰਗਰ ਦੀ ਸੇਵਾ ਉਹਨਾਂ ਨੇ ਕੀਤੀ ਹੈ। ਤੇ ਹਾਲਾਂਕਿ ਉਹਨਾਂ ਦੇ ਘਰ ਕਣਕ ਦੀ ਰੋਟੀ ਨਹੀਂ ਸੀ ਪੱਕਦੀ, ਸਾਧ ਸੰਗਤ ਜੀ ਕੋਦਰੇ ਦੀ ਰੋਟੀ ਮਿਲਦੀ ਸੀ, ਜਿਹੜੀ ਕਿ ਬਹੁਤ ਗਰੀਬ ਆਦਮੀਆਂ ਨੂੰ ਨਸੀਬ ਹੁੰਦੀ ਸੀ। ਤਗੜੇ ਬੰਦਿਆਂ ਨੂੰ ਤਾਂ ਬੜੇ ਵਧੀਆ ਖਾਣੇ ਮਿਲਦੇ, ਪਰ ਜਿਹੜੇ ਤਗੜੇ ਬੰਦੇ ਦੀਆਂ ਪੂੜੀਆਂ ਸੀ ਉਹਦੇ 'ਚੋਂ ਲਹੂ ਦੀਆਂ ਧਾਰਾਂ ਵਗਾਤੀਆਂ, ਤੇ ਭਾਈ ਲਾਲੋ ਦੇ ਕੋਦਰੇ ਦੀ ਰੋਟੀ 'ਚ ਦੁੱਧ ਦੀਆਂ ਧਾਰਾਂ ਵਗਾ ਕੇ ਸੱਚੇ ਪਾਤਸ਼ਾਹ ਨੇ ਦੱਸਤਾ ਵੀ ਆਹ ਮੇਰੇ ਸਿੱਖ ਦੀ ਕਿਰਤ ਕਮਾਈ ਦਾ ਪ੍ਰਸ਼ਾਦਾ ਹੈ। ਇਸ ਪ੍ਰਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਕੇ ਸਿੱਖ ਸੇਵਾ ਕਰਦੇ ਆ ਉਹਨਾਂ ਉੱਤੇ ਸਾਡੀਆਂ ਖੁਸ਼ੀਆਂ ਹੁੰਦੀਆਂ ਹਨ। ਇਮ ਸੇਵਤ ਸਿਮਰਤ ਹਰਿ ਨਾਮ। ਜਿਹੜੇ ਇਸ ਤਰ੍ਹਾਂ ਗੁਰੂ ਨੂੰ ਸੇਵਦੇ ਹਨ, ਨਾਮ ਜਪਦੇ ਹਨ, ਆਏ ਗਏ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦੇ ਹਨ, ਬੇਟਾਈਮਾ ਵੀ ਕੋਈ ਆ ਜਾਏ ਉਹਨੂੰ ਵੀ ਛਕਾਉਂਦੇ ਹਨ। ਸਤ ਸੰਗਤ ਤੇ ਪਾਵਨ ਧਾਮ। ਉਹਦੇ ਘਰ ਜਦੋਂ ਸੰਗਤ ਦੇ ਚਰਨ ਪੈਂਦੇ ਹਨ, ਕੋਈ ਸਿੱਖ ਘਰ ਆਉਂਦਾ ਹੈ, ਘਰ ਪਵਿੱਤਰ ਹੋ ਜਾਂਦਾ ਹੈ। ਮਹਾਂਪੁਰਸ਼ਾਂ ਦੇ ਬਚਨ ਨੇ, ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਬਹੁਤ ਵੱਡੇ ਨਿਰਮਲੇ ਵਿਦਵਾਨ ਹੋਏ ਨੇ, ਉਹਨਾਂ ਨੇ ਆਪਣੀ ਰਚਨਾ 'ਚ ਲਿਖਿਆ ਹੈ ਕਿ ਕਹਿੰਦੇ ਪਹਿਲਾਂ ਤਾਂ ਉਲਾਂਭਾ ਦਿੱਤਾ ਹੈ ਬ੍ਰਹਮੇ ਨੂੰ, ਕਹਿੰਦੇ ਬ੍ਰਹਮਾ ਤੂੰ ਸਿਆਣਾ ਕੰਮ ਨਹੀਂ ਕੀਤਾ, ਜਿਹੜਾ ਸੰਤਾਂ ਨੂੰ ਪੇਟ ਲਾਇਆ ਹੋਇਆ। ਕਿਉਂਕਿ ਜੇ ਪੇਟ ਨਾ ਹੁੰਦਾ ਸੰਤਾਂ ਨੂੰ ਲੱਗਾ, ਤੇ ਸੰਤ ਆਪਣੇ ਆਨੰਦ 'ਚ ਰਹਿੰਦੇ, ਪਰ ਪੇਟ ਲੱਗਾ ਹੋਇਆ ਸੰਤ ਦੁਖੀ ਹੁੰਦੇ ਜਦੋਂ ਭੁੱਖ ਲੱਗਦੀ ਹੈ। ਕਿਤੇ ਨਾ ਕਿਤੇ ਉਹਦਾ ਪੂਰਤੀ ਵਾਸਤੇ ਸਾਧਨ ਕਰਨਾ ਪੈਂਦਾ, ਮੰਗਣ ਜਾਣਾ ਪੈਂਦਾ। ਕਹਿੰਦੇ ਤੈਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ ਵੀ ਤੂੰ ਸੰਤਾਂ ਨੂੰ ਰਹਿਣ ਦੇ ਪੇਟ ਤੋਂ। ਇੱਦਾਂ ਦੇ ਸਵਈਏ ਲਿਖੇ ਬੜੇ ਕਮਾਲ ਦੇ। ਫਿਰ ਕਹਿੰਦੇ ਉਹਦਾ ਜਵਾਬ ਦਿੱਤਾ, ਕਹਿੰਦੇ ਨਹੀਂ, ਕਹਿੰਦੇ ਸੰਤਾਂ ਨੂੰ ਪੇਟ ਬ੍ਰਹਮਾ ਨੇ ਲਾਇਆ ਨਾ, ਵਧੀਆ ਕੀਤਾ, ਚੰਗਾ ਕੀਤਾ। ਕਹਿੰਦੇ ਸੰਤਾਂ ਦੇ ਜਿਹੜੇ ਚਰਨ ਨੇ ਨਾ ਉਹ ਗੰਗਾ ਦੀ ਤਰ੍ਹਾਂ ਪਵਿੱਤਰ ਨੇ, 68 ਤੀਰਥ ਸੰਤਾਂ ਦੇ ਚਰਨਾਂ 'ਚ ਵਸਦੇ ਨੇ। ਕਹਿੰਦੇ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ ਉਹ ਪਿੰਡਾਂ 'ਚ ਆਉਂਦੇ ਨੇ, ਘਰਾਂ 'ਚ ਆਉਂਦੇ ਨੇ ਪ੍ਰਸ਼ਾਦਾ ਲੈਣ ਵਾਸਤੇ, ਤੇ ਪਾਪੀ ਬੰਦਿਆਂ ਦੇ ਘਰਾਂ ਵਿੱਚ ਉਹਨਾਂ ਮਹਾਂਪੁਰਸ਼ਾਂ ਦੇ ਚਰਨ ਪੈਂਦੇ ਨੇ ਤੇ ਉਹ ਘਰ ਵੀ ਪਵਿੱਤਰ ਹੋ ਜਾਂਦੇ ਨੇ। ਆਖੋ ਸ੍ਰੀ ਵਾਹਿਗੁਰੂ। ਤੋ ਸੰਤਾਂ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਚਰਨ ਮੇਰੇ ਘਰ ਪਏ ਨੇ, ਮੇਰਾ ਘਰ ਪਵਿੱਤਰ ਹੋ ਗਿਆ। ਇਹ ਗੁਰਸਿੱਖ ਦੀ ਸ਼ਰਧਾ ਹੋਣੀ ਚਾਹੀਦੀ ਹੈ। ਹਾਂਜੀ, ਸੋਈ ਸਿੱਖ ਮੋਹੇ ਕੋ ਪਿਆਰੋ। ਮਹਾਰਾਜ ਕਹਿੰਦੇ ਉਹੀ ਸਿੱਖ ਮੈਨੂੰ ਪਿਆਰਾ ਹੈ ਜਿਹੜਾ ਆਏ ਗਏ ਨੂੰ ਪ੍ਰਸ਼ਾਦਾ ਛਕਾਉਂਦਾ ਹੈ, ਔਰ ਪ੍ਰਸ਼ਾਦਾ ਛਕਾਉਣ ਲੱਗਿਆ ਟਾਈਮ ਨਹੀਂ ਦੇਖਦਾ ਵੀ ਅੱਧੀ ਰਾਤ ਨੂੰ ਮੇਰੇ ਘਰ ਕੋਈ ਆਇਆ ਤੇ ਉਹਨੂੰ ਇਹ ਨਾ ਕਹੇ ਵੀ ਸਵੇਰੇ ਉੱਠੀ ਦੇਖਾਂਗੇ। ਨਹੀਂ, ਉਸ ਵੇਲੇ ਉਹਨੂੰ ਭਾਵੇਂ ਰਾਤ ਦੇ 12 ਵਜੇ ਹੋਣ, ਭਾਵੇਂ 2 ਵਜੇ ਹੋਣ। ਇਹ ਮਰਜ਼ਾਦਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਹਰਿਮੰਦਰ ਸਾਹਿਬ ਪੂਰੀ ਕਾਇਮ ਹੈ। ਸਾਧ ਸੰਗਤ ਜੀ ਸਿਰਫ 1 ਘੰਟੇ ਵਾਸਤੇ ਸਵੇਰੇ 4 ਤੋਂ 5 ਵਜੇ ਤੱਕ ਪ੍ਰਸ਼ਾਦਾ ਬੰਦ ਕਰਦੇ ਹੈ, ਤਾਂ ਕਿ ਉਹ ਸਫਾਈ ਕਰਨੀ ਹੁੰਦੀ ਨਾ, ਉੱਥੇ ਸੇਵਾ ਕਰਨੀ ਹੁੰਦੀ ਹੈ। ਬਾਕੀ 23 ਘੰਟੇ ਲਗਾਤਾਰ ਪ੍ਰਸ਼ਾਦਾ ਜਿਹੜਾ ਉੱਥੇ, ਉਹ ਵੀ ਜੇ ਕੋਈ ਲੋੜਵੰਦ ਉਸ ਵੇਲੇ ਆ ਜਾਂਦੇ, ਉੱਥੇ ਪਿਆ ਹੁੰਦਾ ਟੋਕਰੇ 'ਚ 2 ਪ੍ਰਸ਼ਾਦੇ ਲੈ ਕੇ, ਕਿਉਂਕਿ ਸਵੇਰੇ 4 ਵਜੇ ਘੱਟ ਹੀ ਸੰਗਤ ਕੋਈ ਛਕਦੀ ਹੈ। ਪਰ ਜੇ ਕੋਈ ਆ ਵੀ ਜਾਵੇ ਤਾਂ ਉਹਨੂੰ ਨਾ ਉਦੋਂ ਵੀ ਕੋਈ ਨਹੀਂ। ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਮਰਜ਼ਾਦਾ ਹੈ। ਤੋ ਇਸੇ ਤਰ੍ਹਾਂ ਗੁਰੂ ਘਰਾਂ ਦੇ ਲੰਗਰਾਂ ਦੀ ਮਰਜ਼ਾਦਾ ਹੈ। ਸਾਰੇ ਤਖਤ ਸਾਹਿਬਾਂ 'ਤੇ, ਸਾਰੇ ਗੁਰੂ ਕਾ ਸੰਪਰਦਾਵਾਂ, ਸਾਧੂ ਸੰਤਾਂ ਮਹਾਤਮਾ ਦੇ ਡੇਰਿਆਂ 'ਚ ਲੰਗਰ ਜਿਹੜਾ ਹਰ ਇੱਕ ਪ੍ਰਾਣੀ ਮਾਤਰ ਦੇ ਲਈ ਖੁੱਲ੍ਹਾ ਹੈ। ਸਵਾਸ ਸਵਾਸ ਮੈਂ ਸਦਾ ਸਮਾਰੋ। ਕਹਿੰਦੇ ਜਿਹੜਾ ਸਿੱਖ ਇਦਾਂ ਕਰਦਾ ਉਹਨੂੰ ਮੈਂ ਹਰ ਵੇਲੇ ਯਾਦ ਰੱਖਦਾ, ਸਵਾਸ ਸਵਾਸ ਉਹਨੂੰ ਮੈਂ ਯਾਦ ਰੱਖਦਾ।
ਮੈਂ ਉਹਨੂੰ ਭੁੱਲਦਾ ਨਹੀਂ। ਹਾਂਜੀ, ਬਸੀ ਰਹੋ ਤਿਸ ਕੇ ਸੰਗ ਹੋਏ। ਮੈਂ ਉਸ ਸਿੱਖ ਦੇ ਵਸੀਭੂਤ ਰਹਿੰਦਾ ਹਾਂ, ਉਹਦੇ ਨਾਲ ਰਹਿੰਦਾ ਹਾਂ, ਉਹ ਜੋ ਬੋਲੇ ਮੈਂ ਮੰਨ ਲੈਂਦਾ ਹਾਂ। ਹਾਂਜੀ, ਪ੍ਰੇਮ ਫਸ ਤੇ ਐਂਚਤ ਜੋਏ। ਉਹ ਮੈਨੂੰ ਪ੍ਰੇਮ ਦੀਆਂ ਡੋਰਾਂ 'ਚ ਪਾ ਕੇ ਬੰਨ੍ਹ ਕੇ ਰੱਖਦਾ ਹੈ, ਜਿਹੜਾ ਇਹੋ ਜਿਹਾ ਸਿੱਖ ਹੁੰਦਾ ਹੈ। ਸੁਨ ਸੰਗਤ ਕੀਨੀ ਅਰਦਾਸ। ਇਹ ਬਚਨ ਸੁਣ ਕੇ ਸਾਰੀ ਸੰਗਤ ਨੇ ਬੇਨਤੀ ਕੀਤੀ, ਇਹ ਸਭ ਬਿਧ ਹੈ ਰਾਵਰ ਪਾਸ। ਸੱਚੇ ਪਾਤਸ਼ਾਹ, ਇਹ ਸਾਰੀ ਵਿਧੀ ਤੁਹਾਡੇ ਕੋਲ ਹੀ ਹੈ, ਇਹ ਤੁਸੀਂ ਦੱਸ ਸਕਦੇ ਹੋ, ਤੁਸੀਂ ਕਰਾ ਸਕਦੇ ਹੋ। ਅਸੀਂ ਤਾਂ ਮਹਾਰਾਜ ਭੁੱਲਣਹਾਰ ਜੀਵ ਹਾਂ, ਬਾਰ-ਬਾਰ ਗਲਤੀਆਂ ਕਰਦੇ ਹਾਂ, ਭੁੱਲਦੇ ਹਾਂ। ਜਿਸ ਪਰ ਕਰੋ ਕਿਰਪਾ ਜਨ ਜਾਨ। ਜਿਹਦੇ ਉੱਤੇ ਆਪਣਾ ਸਮਝ ਕੇ ਕਿਰਪਾ ਕਰ ਦਿੰਦੇ ਹੋ, ਤਿਸ ਕੋ ਦੇਤੇ ਸੇਵਾ ਦਾਨ। ਉਹਨੂੰ ਸੇਵਾ ਦਾ ਦਾਨ ਦਿੰਦੇ ਹੋ। ਸੇਵਾ ਵੀ ਮਹਾਰਾਜ ਸਾਡੇ ਵਾਸ ਨਹੀਂ, ਸੇਵਾ ਜਿਨ੍ਹਾਂ ਤੋਂ ਤੁਸੀਂ ਕਰਾ ਲੈਂਦੇ ਹੋ ਉਹ ਤੁਹਾਡੀ ਸੇਵਾ ਕਰਦੇ ਨੇ। ਹਮ ਅਰਭਗਯ ਜੀਵ ਤੁਮ ਸ਼ਰਣੀ। ਹੇ ਮਹਾਰਾਜ, ਅਸੀਂ ਥੋੜ੍ਹੇ ਗਿਆਨ ਵਾਲੇ ਹਾਂ, ਥੋੜ੍ਹੀ ਬੁੱਧੀ ਵਾਲੇ ਹਾਂ, ਥੋੜ੍ਹੀ ਸਮਝ ਵਾਲੇ ਹਾਂ, ਪਰ ਤੁਹਾਡੀ ਸ਼ਰਨ ਵਿੱਚ ਹਾਂ ਗੁਰੂ ਜੀ। ਸਾਨੂੰ ਥੋੜ੍ਹੀ ਬੁੱਧੀ ਵਾਲਿਆਂ ਨੂੰ ਮੱਤ ਦਿਓ। ਕਿਰਪਾ ਆਪ ਕੀ ਸੰਕਟ ਟਰਨੀ। ਆਪ ਜੀ ਦੀ ਜਿਹੜੀ ਕਿਰਪਾ ਹੈ ਨਾ, ਉਹ ਸਾਰੇ ਸੰਕਟਾਂ ਨੂੰ ਟਾਲਣ ਵਾਲੀ ਹੈ, ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੀ ਹੈ। ਗਿਰਾ ਗੁਰੂ ਭਵ ਸਾਗਰ ਤਰਨੀ। ਆਪ ਜੀ ਦੀ ਜੋ ਬਾਣੀ ਹੈ, ਆਪ ਜੀ ਦੀ ਜੋ ਸਿੱਖਿਆ ਹੈ, ਉਹ ਭਵ ਸਾਗਰ ਤੋਂ ਤਾਰਨ ਵਾਲੀ ਹੈ। ਮਥਨ ਗਿਆਨ ਅਗਨੀ ਕਹੁ ਅਰਣੀ। ਇੱਕ ਜਿਵੇਂ ਅਰਣੀ ਹੁੰਦੀ ਸਾਧ ਸੰਗਤ ਜੀ, ਪਹਿਲੇ ਅੱਜ ਕੱਲ੍ਹ ਤੇ ਮਾਚਸਾਂ ਨੇ ਜਾਂ ਲਾਈਟਰ ਨੇ ਅੱਗ ਬਾਲਣ ਵਾਸਤੇ, ਤੇ ਪਹਿਲਾਂ ਆਪਣੇ ਪਿੰਡਾਂ ਵਿੱਚ ਮਾਚਸਾਂ ਥੋੜ੍ਹਾ ਹੁੰਦੀਆਂ ਸੀ, ਇਹ ਤੇ ਅੰਗਰੇਜ਼ਾਂ ਦੇ ਸਮੇਂ ਚੱਲੀਆਂ। ਉਸ ਤੋਂ ਪਹਿਲਾਂ ਅਰਣੀ ਹੁੰਦੀ ਸੀ, ਇੱਕ ਲੱਕੜ ਇਉਂ ਰੱਖਦੇ ਸੀਗੇ ਤੇ ਇਹ ਉਹਦੇ 'ਚ ਮੋਰੀ ਹੁੰਦੀ ਸੀ, ਤੇ ਦੂਜੀ ਲੱਕੜ ਉੱਤੋਂ ਉਹ ਪਾ ਕੇ ਨਾ ਤੇ ਉਹਨੂੰ ਇੱਦਾਂ ਘੁਮਾਉਂਦੇ ਸੀ, ਜਿਵੇਂ ਉਹ ਤਰਖਾਣਾ ਦੇ ਕੋਲੋਂ ਇੱਦਾਂ ਵਰਮਾ ਕਰਨ ਵਾਸਤੇ ਹੁੰਦਾ ਲੱਕੜ ਦੇ ਵਿੱਚ ਲੋਹੇ ਦਾ, ਇੱਦਾਂ ਉਹ ਲੱਕੜ ਦਾ ਵਰਮਾ ਲੱਕੜ 'ਚ ਪਾ ਕੇ ਇੱਦਾਂ ਰਗੜਦੇ ਸੀ, ਉਹਦੇ ਵਿੱਚੋਂ ਅੱਗ ਨਿਕਲਦੀ ਸੀ। ਜਿਵੇਂ ਅਰਣੀ ਦੇ ਵਿੱਚੋਂ ਅੱਗ ਨਿਕਲਦੀ ਹੈ, ਗੁਰੂ ਕੀ ਬਾਣੀ ਵਿੱਚੋਂ ਉਹ ਪ੍ਰਕਾਸ਼, ਉਹ ਅਗਨੀ ਨਿਕਲਦੀ ਹੈ ਜਿਹੜੀ ਪਾਪਾਂ ਨੂੰ ਸਾੜ ਦਿੰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਾਂਜੀ, ਸਤਿਨਾਮ ਸਿਮਰਨ ਜਨ ਪਰਨੀ। ਸਤਿਨਾਮ ਸ੍ਰੀ ਵਾਹਿਗੁਰੂ। ਇਹ ਨਾਮ ਦੀ ਮਹਿਮਾ ਗੁਰੂ ਦੀ ਬਾਣੀ ਵਿੱਚੋਂ ਹੀ ਪਤਾ ਲੱਗਦੀ ਹੈ। ਸਾਰਾ ਦਿਨ ਤੁਸੀਂ ਸਾਧ ਸੰਗਤ ਜੀ ਬਾਜ਼ਾਰ 'ਚ ਰਹਿੰਦੇ ਹੋ, ਮਾਰਕੀਟ 'ਚ ਕੰਮ ਕਰਦੇ ਹੋ, ਸਾਰਾ ਦਿਨ ਤੁਹਾਨੂੰ ਕਿਸੇ ਗੋਰੇ ਨੇ, ਕਿਸੇ ਕਾਲੇ ਨੇ, ਕਿਸੇ ਹੋਰ ਬੰਦੇ ਨੇ ਕਿਹਾ ਵੀ ਨਾਮ ਜਪ ਲਓ, ਦੱਸੋ। ਕਿਸੇ ਰਿਸ਼ਤੇਦਾਰ ਨੇ ਕਿਹਾ, ਕਿਸੇ ਭਾਈਚਾਰੇ ਨੇ, ਕਿਸੇ ਦੋਸਤ ਮਿੱਤਰ ਨੇ ਵੀ ਨਹੀਂ ਕਿਹਾ ਵੀ ਨਾਮ ਜਪ ਲਓ। ਗੁਰੂ ਹੀ ਕਹਿੰਦਾ ਨਾ, ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ। ਤੇ ਗੁਰੂ ਦੀ ਬਾਣੀ ਤੋਂ ਬਿਨਾਂ ਨਾਮ ਦੀ ਪ੍ਰੇਰਣਾ ਵੀ ਨਹੀਂ ਮਿਲਦੀ। ਤਿਸ ਨਿਪਜਾਵਨ ਕੋ ਸ਼ੁਭ ਧਰਨੀ। ਹਾਂ, ਜਿਵੇਂ ਕੋਈ ਫਸਲ ਪੈਦਾ ਕਰਨ ਲਈ ਜ਼ਮੀਨ ਚਾਹੀਦੀ ਹੈ। ਆਖੋ ਸ੍ਰੀ ਵਾਹਿਗੁਰੂ। ਕਈ ਜ਼ਮੀਨਾਂ ਇਹੋ ਜਿਹੀਆਂ ਜਿੱਥੇ ਕਣਕ ਨਹੀਂ ਹੁੰਦੀ, ਕਈ ਜ਼ਮੀਨਾਂ ਇਹੋ ਜਿਹੀਆਂ ਜਿੱਥੇ ਚਾਵਲ ਝੋਨਾ ਨਹੀਂ ਹੁੰਦਾ, ਕਈ ਜ਼ਮੀਨਾਂ ਇਹੋ ਜਿਹੀਆਂ ਜਿੱਥੇ ਬਾਜਰਾ ਨਹੀਂ ਹੁੰਦਾ, ਕਈ ਜ਼ਮੀਨਾਂ ਇਹੋ ਜਿਹੀਆਂ ਜਿੱਥੇ ਹੋਰ ਕੋਈ ਫਸਲ ਨਹੀਂ ਹੁੰਦੀ, ਕਿ ਹਰ ਫਸਲ ਦੇ ਵਾਸਤੇ ਅਨੁਕੂਲ ਜ਼ਮੀਨ ਚਾਹੀਦੀ ਹੈ। ਕਹਿੰਦੇ ਜਿਹੜੀ ਸ਼ੁਭ ਕਰਨੀ ਹੈ, ਜਿਹੜੀ ਸਤਨਾਮ ਸਿਮਰਨ ਦੀ ਜਿਹੜੀ ਸਿਮਰਨ ਦੀ ਜਿਹੜੀ ਖੇਤੀ ਹੈ, ਆਖੋ ਸ੍ਰੀ ਵਾਹਿਗੁਰੂ, ਜਿਹੜੀ ਨਾਮ ਦੀ ਖੇਤੀ ਹੈ, ਉਹਨੂੰ ਪੈਦਾ ਕਰਨ ਵਾਲੀ ਜ਼ਮੀਨ ਗੁਰਬਾਣੀ ਹੈ। ਜ਼ਮੀਨ ਤੋਂ ਬਿਨਾਂ ਨਹੀਂ ਨਾ ਫਸਲ ਹੁੰਦੀ, ਜ਼ਮੀਨ ਹੋਏਗੀ ਤੇ ਫਸਲ ਬੀਜੋਗੇ, ਤੇ ਜ਼ਮੀਨ ਵੀ ਉਹ ਸੈਟਿੰਗ ਹੁੰਦੀ ਹੈ ਜ਼ਮੀਨ ਦੀ ਫਸਲ ਦੇ ਨਾਲ। ਹੁਣ ਕਈ ਚੀਜ਼ਾਂ ਨੇ ਜਿਹੜੀਆਂ ਆਪਾਂ ਇੱਥੇ ਅਮਰੀਕਾ 'ਚ ਬੀਜੀਏ, ਉੱਗਣੀਆਂ ਨਹੀਂ ਸਾਡੇ ਕੋਲ, ਇੰਡੀਆ 'ਚ ਉੱਗ ਪੈਣੀਆਂ। ਕਈ ਇਹੋ ਜਿਹੀਆਂ ਚੀਜ਼ਾਂ ਇੱਥੇ ਨੇ ਜਿਹੜੀਆਂ ਉੱਥੇ ਬੀਜਾਂਗੇ, ਉੱਗਣੀਆਂ ਨਹੀਂ। ਹੁਣ ਕੇਸਰ ਜਾਂ ਤਾਂ ਕਸ਼ਮੀਰ 'ਚ ਹੁੰਦਾ ਜਾਂ ਯੂਨਾਨ 'ਚ ਹੁੰਦਾ। ਜੈਪੁਰ ਦਾ ਇੱਕ ਰਾਜਾ ਸੀਗਾ ਜੈ ਸਿੰਘ, ਉਹਨੂੰ ਸ਼ੌਂਕ ਜਾਗਿਆ ਵੀ ਮੈਂ ਆਪਣੇ ਇਲਾਕੇ 'ਚ ਵੀ ਕੇਸਰ ਜਮਾਵਾਂਗਾ। ਉਹ ਉੱਥੋਂ ਕਸ਼ਮੀਰ ਸ੍ਰੀਨਗਰ ਤੋਂ ਹਾਥੀਆਂ 'ਤੇ ਮਿੱਟੀ ਲੱਦ ਕੇ ਲੈ ਗਿਆ। ਹਾਥੀਆਂ 'ਤੇ ਮਿੱਟੀ ਲੱਦ ਕੇ ਤੇ ਉਹਨੇ ਜਾ ਕੇ, ਤੁਸੀਂ ਕਦੀ ਜੈਪੁਰ ਦੇ ਕਿਲ੍ਹੇ 'ਚ ਜਾਓ, ਉੱਥੇ ਤੁਹਾਨੂੰ ਪੁੱਛੋ ਵੀ ਉਹ ਜਿਹੜੇ ਗਾਈਡ ਨੇ ਦੱਸ ਦੇਣਗੇ ਵੀ ਕੇਸਰ ਕਿਆਰੀ ਕਿੱਥੇ ਹੈ। ਉਹ ਕਿਲ੍ਹੇ ਤੋਂ ਦਿਖਾਣਗੇ, ਉਹ ਕਹਿੰਦੇ ਕੇਸਰ ਕਿਆਰੀ ਹੈ। ਉਹ ਕੇਸਰ ਕਿਆਰੀ ਦਾ ਇਤਿਹਾਸ ਪੁੱਛੋ, ਉਹ ਕਹਿੰਦੇ ਰਾਜਾ ਮਿੱਟੀ ਲੈ ਕੇ ਆਇਆ ਸ੍ਰੀਨਗਰ ਤੋਂ। ਕਿੱਥੇ ਸ੍ਰੀਨਗਰ ਤੇ ਕਿੱਥੇ ਰਾਜਸਥਾਨ ਜੈਪੁਰ। ਤੇ ਕਹਿੰਦੇ ਉੱਥੇ ਉਹਨੇ ਉਸ ਬੜੀ ਕੋਸ਼ਿਸ਼ ਕੀਤੀ ਵੀ ਕੇਸਰ ਜੰਮ ਪਏ, ਨਹੀਂ ਜੰਮਿਆ, ਕਿਉਂਕਿ ਉੱਥੋਂ ਦਾ ਜਿਹੜਾ ਵੈਦਰ ਹੈ, ਅਨੁਕੂਲ ਹੈ, ਉਹ ਨਹੀਂ ਉਹਦੇ।
ਸੋ ਮਿੱਟੀ ਵੀ ਚਾਹੀਦੀ ਹੈ, ਵੈਦਰ ਵੀ ਚਾਹੀਦਾ, ਸਾਰਾ ਕੁਝ ਤਾਂ ਫਸਲ ਹੁੰਦੀ ਹੈ। ਕਹਿੰਦੇ ਨਾਮ ਦੀ ਖੇਤੀ ਤਾਂ ਹੁੰਦੀ ਹੈ ਜੇ ਗੁਰਬਾਣੀ ਦੀ ਜ਼ਮੀਨ ਹੋਵੇ ਤਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਗੁਰਬਾਣੀ ਪੜ੍ਹੀਏ ਨਾ ਤੇ ਆਪਾਂ ਨਾਮ ਜਪ ਲਾਂਗੇ, ਨਹੀਂ ਹੋ ਸਕਦਾ। ਇਸ ਕਰਕੇ ਨਾਮ ਦਾ ਅਭਿਆਸ ਕਰਨ ਲਈ, ਸਤਿਨਾਮ ਸ੍ਰੀ ਵਾਹਿਗੁਰੂ ਜਪਣ ਲਈ ਗੁਰਬਾਣੀ ਸੁਣਨੀ ਪਏਗੀ, ਕੀਰਤਨ ਸੁਣਨਾ ਪਏਗਾ, ਬਾਣੀ ਪੜ੍ਹਨੀ ਪਏਗੀ, ਫੇਰ ਜਾ ਕੇ ਨਾਮ ਚੱਲੇਗਾ। ਹਾਂਜੀ, ਦੇਹ ਲਖ ਅਰਥ ਕਰੀ ਜਿਨ ਕਰਨੀ। ਜਿਨ੍ਹਾਂ ਨੇ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਉਹਦੇ ਅਨੁਸਾਰ ਆਪਣਾ ਜੀਵਨ ਢਾਲਿਆ ਹੈ। ਰਾਗ ਦੁਆਖ ਅਗ ਜਤ ਤਿਨ ਦਰਨੀ। ਕਹਿੰਦੇ ਰਾਗ ਦਵੈਸ਼ ਉਹਨਾਂ ਦੇ ਖਤਮ ਹੋ ਜਾਂਦੇ। ਰਾਗ ਹੁੰਦਾ ਲਗਾਓ, ਅਟੈਚਮੈਂਟ, ਦਵੈਸ਼ ਹੁੰਦੀ ਕਿਸੇ ਨਾਲ ਈਰਖਾ ਹੋਣੀ, ਦੋਵੇਂ ਹੀ ਖਤਮ ਹੋ ਜਾਂਦੀਆਂ। ਹਾਂਜੀ, ਗੁਰਬਾਣੀ ਵਰਜਨ ਆਚਰਣੀ। ਗੁਰੂ ਦੀ ਬਾਣੀ ਜਿਹੜੀ ਹੈ ਸ੍ਰੇਸ਼ਟ ਪੁਰਸ਼ਾਂ ਨੇ ਆਚਰਣ ਚ ਲਿਆਂਦੀ ਹੈ। ਹਿਰਦੇ ਵਿਕਾਰਨ ਤਿਨ ਕੇ ਸ਼ਰਣੀ। ਉਹਨਾਂ ਦੇ ਮਨ ਦੇ ਵਿਕਾਰ ਸਾਰੇ ਨਾਸ਼ ਕਰ ਦਿੰਦੀ ਹੈ। ਪ੍ਰੇਮ ਪਰਮੇਸ਼ਰ ਕੀ ਇਹ ਕਰਨੀ। ਇਹ ਪ੍ਰੇਮ ਪਰਮੇਸ਼ਰ ਦੀ ਘਰ ਵਾਲੀ ਹੈ। ਇਹ ਪਰਮੇਸ਼ਰ ਦਾ ਪ੍ਰੇਮ ਸਾਡੇ ਹਿਰਦੇ 'ਚ ਪਾਉਣ ਵਾਲੀ ਹੈ ਬਾਣੀ। ਮਿਲੀ ਰਹਿ ਨਿਤ ਸਵਰਨ ਬਰਣੀ। ਇਹ ਪਰਮੇਸ਼ਰ ਜਿਹੜੀ ਬਾਣੀ ਜਿਹੜੀ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੁਨਹਿਰੀ ਰੰਗ ਵਿੱਚ ਰੰਗੀ ਹੋਈ, ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ, ਸਵਰਨ ਸ੍ਰੇਸ਼ਟ ਅੱਖਰਾਂ ਵਿੱਚ ਲਿਖੀ ਹੋਈ ਗੁਰਮੁਖੀ ਦੇ ਅੱਖਰਾਂ ਸਤਿਗੁਰੂ ਜੀ ਨੇ ਨਿਜ ਦਾਸਨ ਕੀ ਕੈਵਲ ਕਰਨੀ। ਆਪਣੇ ਦਾਸਾਂ ਦੀ ਮੁਕਤੀ ਕਰਨ ਵਾਲੀ ਹੈ ਗੁਰਬਾਣੀ। ਸਿੰਘਨ ਸਮਹਿ ਤ੍ਰਿਸ਼ਨਾ ਕਰਨੀ। ਕਹਿੰਦੇ ਤ੍ਰਿਸ਼ਨਾ ਦੀ ਹਾਥਣੀ ਨੂੰ ਇਹ ਸ਼ੇਰਨੀ ਦੀ ਤਰ੍ਹਾਂ ਖਾ ਜਾਂਦੀ ਹੈ। ਮਹਦ ਅਵਿਦਿਆ ਚੰਚਲ ਹਰਣੀ। ਤੇ ਅਵਿਦਿਆ ਤੇ ਚੰਚਲਤਾਈ ਨੂੰ ਦੂਰ ਕਰਨ ਵਾਲੀ ਆਪ ਜੀ ਦੀ ਬਾਣੀ। ਕਰਨਿਜ ਬਲ ਕੋ ਤਤ ਛਿਨ ਹਰਣੀ। ਕਹਿੰਦੇ ਆਪਣੇ ਬਲ ਕਰਕੇ ਵਿਕਾਰਾਂ ਨੂੰ ਹਰਨ ਵਾਲੀ ਹੈ। ਸ਼ੁਭ ਬਾਣੀ ਕੀ ਸੁਨੀ ਪ੍ਰਸ਼ੰਸਾ। ਜਦੋਂ ਮਹਾਰਾਜ ਨੇ ਸਿੱਖਾਂ ਤੋਂ ਬਾਣੀ ਦੀ ਪ੍ਰਸ਼ੰਸਾ ਸੁਣੀ, ਜੋ ਦਾਸਨ ਕੇ ਨਾਸ਼ਨ ਸੰਸਾ। ਜੋ ਸਤਿਗੁਰੂ ਸਿੱਖਾਂ ਦੇ ਸੰਸੇ ਦੂਰ ਕਰਨ ਵਾਲੇ ਹਨ, ਸੰਗਤ ਪਰ ਪ੍ਰਸੰਨ ਗੁਰ ਹੋਏ। ਸੰਗਤ ਤੇ ਬੜੀ ਕਿਰਪਾ ਕੀਤੀ, ਕਿਰਪਾ ਦ੍ਰਿਸ਼ਟ ਸੋ ਸਗਰੇ ਜੋ। ਸਾਰਿਆਂ ਵੱਲ ਮਿਹਰ ਦੀ ਨਿਗਾਹ ਨਾਲ ਤੱਕਿਆ। ਭਗਤ ਅੰਕੁਰ ਸਭਨ ਕੇ ਉਗਿਓ। ਜਿਨ੍ਹਾਂ ਤੇ ਕਿਰਪਾ ਕੀਤੀ ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਦਾ ਬੀਜ ਪੈਦਾ ਹੋ ਗਿਆ। ਤਜ ਵਿਸ਼ਯਨ ਮਨ ਸਿਮਰਨ ਲੱਗਿਓ। ਉਹਨਾਂ ਦਾ ਮਨ ਵਿਸ਼ੇ ਵਿਕਾਰਾਂ ਵੱਲੋਂ ਹਟ ਕੇ ਸਿਮਰਨ ਵਿੱਚ ਲੱਗ ਗਿਆ। ਕਰੇ ਕਰਤਾਰਤ ਸ਼ੁਭ ਮਗ ਪਾਏ। ਉਹਨਾਂ ਦੇ ਜੀਵਨ ਸੁਧਰ ਗਏ, ਚੰਗੇ ਰਾਹ ਤੇ ਚੱਲ ਪਏ। ਲਖੀ ਗੁਰੂ ਮਹਿਮਾ ਅਧਿਕਾਏ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਹਰਿਰਾਏ ਸਾਹਿਬ ਜੀ, ਗੁਰੂ ਘਰ ਦੀ ਮਹਿਮਾ ਦਾ ਸਿੱਖਾਂ ਨੂੰ ਪਤਾ ਲੱਗਾ। ਲੱਖ ਸਿੱਖਿਆਨ ਸ਼ੁਭ ਗਤ ਪਾਈ। ਲੱਖਾਂ ਸਿੱਖਾਂ ਨੂੰ ਮੁਕਤੀ ਮਿਲੀ ਹੈ ਗੁਰੂ ਸਾਹਿਬ ਦੇ ਘਰ ਤੋਂ। ਕਹਿ ਲਗ ਕਥਾ ਹੈ ਗੁਰੂ ਵਡਿਆਈ। ਗੁਰੂ ਹਰਿਰਾਏ ਸਾਹਿਬ ਜੀ ਦੀ ਕਿੱਥੋਂ ਤੱਕ ਵਡਿਆਈ ਦਸੀਏ। ਇਸ ਪ੍ਰਕਾਰ ਨਿਤ ਕਰਤ ਬਿਲਾਸੇ। ਇਸ ਪ੍ਰਕਾਰ ਦੇ ਕੌਤਕ ਮਹਾਰਾਜ ਕਰਦੇ ਰਹੇ ਹਨ। ਸ਼੍ਰੀ ਸਤਿਗੁਰ ਹਰਿ ਰਾਏ ਪ੍ਰਕਾਸ਼ੇ। ਗੁਰੂ ਹਰਿਰਾਏ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਕਰਹਿ ਚੇਸ਼ਟਾ ਕਿਸ ਬਿਦ ਕੋਏ। ਜਿਸ ਤਰ੍ਹਾਂ ਦੀ ਕੋਈ ਇੱਛਾ ਕਰਦਾ ਹੈ, ਸਭ ਬਿਦ ਸਿੱਖਿਆਨ ਕੀ ਸ਼੍ਰੈ ਹੋਏ। ਉਹਨਾਂ ਦਾ ਕਲਿਆਣ ਕਰਦੇ, ਗੁਰੂ ਸਾਹਿਬ ਦੀ ਇੱਛਾ ਪੂਰੀ ਕਰਦੇ। ਨਿਤ ਪ੍ਰਤ ਸੰਗਤ ਆਏ ਹਜ਼ਾਰਨ। ਹਜ਼ਾਰਾਂ ਸੰਗਤਾਂ ਰੋਜ਼ ਆਉਂਦੀਆਂ ਨੇ। ਤੇ ਉਪਹਾਰ ਲਗਾਏ ਅੰਬਾਰਨ। ਭੇਟਾਵਾਂ ਰੱਖ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦੀਆਂ ਨੇ। ਵੱਡ ਮੇਲਾ ਬੈਸਾਖੀ ਹੋਵਾ। ਵਿਸਾਖੀ ਦਾ ਮੇਲਾ ਬਹੁਤ ਪ੍ਰੇਮ ਨਾਲ ਹੋਇਆ। ਪਰਹਿ ਕਾਮਨਾ ਸਤਿਗੁਰ ਜੋਵਾ। ਜਿਨ੍ਹਾਂ ਨੇ ਜੋ ਜੋ ਕਾਮਨਾ ਕੀਤੀ ਪੂਰੀ ਹੋਈ। ਕੀਰਤਪੁਰ ਬਹੁ ਡੇਰੇ ਪਰੇ। ਕੀਰਤਪੁਰ ਸਾਹਿਬ ਸੰਗਤਾਂ ਦੀਆਂ ਛਾਉਣੀਆਂ ਪਈਆਂ ਸਨ। ਬੜ ਭਾਗੀ ਗੁਰ ਦਰਸ਼ਨ ਕਰੇ। ਵੱਡੇ ਭਾਗਾਂ ਵਾਲਿਆਂ ਨੇ ਦਰਸ਼ਨ ਕੀਤੇ ਮਹਾਰਾਜ ਦੇ। ਜੈ ਜੈਕਾਰ ਸੰਗਤਾ ਕਰਹੀ। ਜੈ ਜੈਕਾਰ ਕਰਦੀਆਂ ਸੰਗਤਾਂ, ਗੁਰੂ ਦੇ ਜੈਕਾਰੇ ਲਾਉਂਦੀਆਂ। ਧੰਨ ਗੁਰੂ ਹਰਿ ਰਾਏ ਉਚਰਹਿ। ਧੰਨ ਗੁਰੂ ਹਰਿਰਾਏ ਸਾਹਿਬ, ਧੰਨ ਗੁਰੂ ਹਰਿਰਾਏ ਸਾਹਿਬ ਦਾ ਜਾਪ ਹੁੰਦਾ ਹੈ। ਜਿਸ ਕੋ ਬਾਖ ਜਥਾ ਹੋਏ ਜਾਏ। ਜਿਨ੍ਹਾਂ ਨੂੰ ਜੋ ਬਚਨ ਮਹਾਰਾਜ ਕਰ ਦਿੰਦੇ ਨੇ ਉਹ ਪੂਰਾ ਹੁੰਦਾ ਹੈ ਸੋ ਨਰ ਤਤ ਛਿਨ ਫਲ ਕੋ ਪਾਏ। ਤੇ ਉਹਦਾ ਉਹ ਹੀ ਫਲ ਉਸ ਨੂੰ ਮਿਲ ਜਾਂਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੰਗਤਾਂ ਨਾਲ ਸਾਂਝੇ ਕੀਤੇ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰਾਥ ਗੰਗ ਪੂਰਨ ਮੋਹਿ ਮਇਆ ਤਾਰ, ਅੰਧ ਕੁਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਵਨ ਵਧੀਆਂ ਵਧਾਈਆਂ।
ਰਾਗ ਰਤਨ ਪਰਵਾਰ ਪੁਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ